हेलो एवरीवन। आई एम लखविंदर सिंह फ्रॉम कांति अकैडमी मुक्तसर। ਅੱਜ ਦਾ ਆਪਣਾ ਟੌਪਿਕ ਆ ਸਿੰਪਲ ਇੰਟਰਸਟ, ਜਿਹਨੂੰ ਆਪਾਂ ਪੰਜਾਬੀ 'ਚ ਬੋਲਦੇ ਆ ਸਧਾਰਨ ਵਿਆਜ। ਠੀਕ ਹੈ ਜੀ। ਇੱਕ ਹੁੰਦਾ ਮਿਸ਼ਰਤ ਵਿਆਜ, ਇੱਕ ਹੁੰਦਾ ਸਧਾਰਨ ਵਿਆਜ, ਇੱਕ ਹੁੰਦਾ ਮਿਸ਼ਰਤ ਵਿਆਜ। ਮਿਸ਼ਰਤ ਵਿਆਜ ਨੂੰ ਬੋਲਦੇ ਆ CI ਮਤਲਬ ਕੰਪਾਊਂਡ ਇੰਟਰਸਟ, ਜਿਹਨੂੰ ਆਪਾਂ ਕਹਿ ਸਕਦੇ ਆ ਚੱਕਰਵਰਤੀ ਵਿਆਜ। ਠੀਕ ਹੈ। ਕੋਈ ਵੀ ਐਗਜ਼ਾਮ ਇਦਾਂ ਦਾ ਨਹੀਂ ਆਉਂਦਾ ਪੰਜਾਬ ਦਾ, ਜਾਂ ਫਿਰ ਕੋਈ ਬੈਂਕਿੰਗ ਦਾ ਹੋਵੇ ਜਾਂ ਕੋਈ SSC ਦਾ ਹੋਵੇ, ਕੋਈ ਵੀ ਐਗਜ਼ਾਮ ਇਦਾਂ ਦਾ ਨਹੀਂ ਆਉਂਦਾ ਜਿਹਦੇ ਵਿੱਚ CI ਜਾਂ SI 'ਚੋਂ ਕੁਐਸਚਨ ਆਉਂਦਾ ਹੋਵੇ। ਇੱਕ ਤੋਂ ਦੋ ਕੁਐਸਚਨ ਪੱਕੇ ਆਉਂਦੇ ਆ ਜੀ ਕਿਸੇ ਵੀ ਐਗਜ਼ਾਮ ਦੇ ਵਿੱਚ, ਖਾਸ ਕਰ ਜੇ ਤੁਸੀਂ ਪੰਜਾਬ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਤਾਂ SI ਤੇ CI ਟੌਪਿਕ ਨੂੰ ਛੱਡ ਕੇ ਨਾ ਜਾਓ ਜੀ। ਠੀਕ ਹੈ ਜੀ, ਵੈਰੀ ਇੰਪੋਰਟੈਂਟ ਟੌਪਿਕ ਹੈ। ਜੇ CI ਸਮਝਣ ਲਈ ਤੁਹਾਨੂੰ ਪਹਿਲਾਂ SI ਸਮਝਣਾ ਪੈਣਾ। ਅੱਜ ਆਪਾਂ SI ਟੌਪਿਕ ਕਰਾਂਗੇ, ਬਿਲਕੁਲ ਬੇਸਿਕ ਤੋਂ ਕਰਾਂਗੇ, ਬਿਲਕੁਲ ਬੇਸਿਕ ਤੋਂ, ਵੀ ਕਿਵੇਂ ਵਿਆਜ ਕੱਢਣਾ, ਕਿਵੇਂ ਆਪਾਂ ਇੰਟਰਸਟ ਕੱਢਣਾ, ਕਿਵੇਂ ਪ੍ਰਿੰਸੀਪਲ ਕੱਢਣਾ, ਜਾਂ ਕਿਵੇਂ ਸਾਰੇ ਦਾ ਸਾਰਾ ਕੁਝ। ਓਕੇ, ਸ਼ੁਰੂ ਕਰਦੇ ਹਾਂ। ਕਰੀਏ ਆਪਾਂ ਰਫ ਕਰ ਲਈਏ ਇਹਨੂੰ। ਚਲੋ, ਜਿਵੇਂ ਮੰਨ ਲਓ ਵੀ ਆਪਾਂ ਕਿਸੇ ਕੋਲੋਂ 1000 ਰੁਪਇਆ ਉਧਾਰਾ ਲੈਂਦੇ ਹਾਂ। ਛੋਟੇ ਹੁੰਦੇ ਆਪਾਂ ਇੱਕ ਫਾਰਮੂਲਾ ਸੁਣਿਆ ਸੀ ਸਧਾਰਨ ਵਿਆਜ ਦਾ, ਜਿਹੜਾ ਬਰਾਬਰ ਹੁੰਦਾ ਸੀ ਮੂਲਧਨ ਗੁਣਾ ਦਰ ਗੁਣਾ ਸਮਾਂ ਬਟਾ 100। ਠੀਕ ਹੈ। ਆਹ ਫਾਰਮੂਲਾ ਲਗਭਗ ਹਰੇਕ ਨੂੰ ਨਹੀਂ ਆਉਂਦਾ ਸੀ। ਠੀਕ ਹੈ। ਮੂਲਧਨ ਗੁਣਾ ਦਰ ਗੁਣਾ ਸਮਾਂ। ਇਹ 'ਚ ਮੂਲਧਨ ਕੀ ਆ? ਇਹ ਉਹ ਰਾਸ਼ੀ ਆ ਜਿਹੜੀ ਆਪਾਂ ਉਧਾਰੀ ਲਈ ਆ ਕਿਸੇ ਤੋਂ। ਦਰ ਇੱਕ ਸਾਲ ਵਿੱਚ ਲੱਗਣ ਵਾਲਾ ਵਿਆਜ। ਹੁਣ ਮੰਨ ਲਓ ਜੇ ਆਪਾਂ ਕਿਸੇ ਤੋਂ ਪੈਸੇ ਉਧਾਰੇ ਲੈਂਦੇ ਆ, ਹੁਣ ਐਵੇਂ ਤਾਂ ਉਹ ਆਪਾਂ ਨੂੰ ਪੈਸੇ ਦੇਣ ਹੋ ਰਿਹਾ, ਕੋਈ ਨਾ ਕੋਈ ਵਿਆਜ ਤਾਂ ਲਊਗਾ। ਜਿਵੇਂ ਆਪਾਂ ਸੁਣਦੇ ਆ ਵੀ ਬੈਂਕ ਆਪਾਂ ਨੂੰ 10% ਵਿਆਜ ਲਾ ਰਿਹਾ, ਉਹਨੂੰ ਆਪਾਂ ਬੋਲਦੇ ਆ ਰੇਟ ਆਫ ਇੰਟਰਸਟ। ਇੰਗਲਿਸ਼ ਦੇ ਵਿੱਚ ਬੋਲਦੇ ਆ ਰੇਟ, ਪੰਜਾਬੀ 'ਚ ਬੋਲਦੇ ਆ ਦਰ, ਤੇ ਹਮੇਸ਼ਾ ਪਰਸੈਂਟੇਜ 'ਚ ਹੁੰਦੀ ਹੈ। ਠੀਕ ਹੈ। ਤੇ ਜਿਵੇਂ ਆਪਾਂ ਆਪਣੇ ਸੁਣਦੇ ਆ ਪੰਜਾਬ ਦੇ ਵਿੱਚ ਵੀ ਉਹ ਇੱਕ ਹੋਰ ਤਰ੍ਹਾਂ ਦਾ ਵਿਆਜ ਹੁੰਦਾ, ਉਹ 'ਚ ਪਰਸੈਂਟੇਜ ਨਹੀਂ ਹੁੰਦੀ। ਜਿਵੇਂ ਆਪਾਂ ਕਹਿੰਦੇ ਵੀ 2 ਰੁਪਏ ਸੈਂਕੜੇ ਵਿਆਜ ਲੱਗਦਾ ਪਰ ਮੰਥ, ਉਹ ਚੀਜ਼ ਹੋਰ ਹੁੰਦੀ। ਉਹਦੇ ਬਾਰੇ ਵੀ ਦੱਸੂਗਾ, ਪਹਿਲਾਂ ਆਪਾਂ ਆਹ ਵਾਲਾ ਸਮਝ ਲਈਏ ਜਿਹਦੇ ਬਾਰੇ ਆਪਾਂ ਅੱਜ ਗੱਲ ਕਰਨੀ ਹੈ, ਸਿੰਪਲ ਇੰਟਰਸਟ ਬਾਰੇ। ਠੀਕ ਹੈ। ਦਰ ਨੂੰ ਕੀ ਬੋਲਦੇ ਆ ਆਪਾਂ? ਰੇਟ ਆਫ ਇੰਟਰਸਟ। ਵੀ ਜਿਹ ਤੋਂ ਆਪਾਂ ਪੈਸੇ ਲਏ ਆ ਉਹ ਆਪਾਂ ਨੂੰ ਮੰਨ ਲਓ 10% ਵਿਆਜ ਲਾ ਰਿਹਾ। ਪ੍ਰਿੰਸੀਪਲ ਆਪਾਂ ਉਹ ਤੋਂ ਕਿੰਨੇ ਰੁਪਏ ਉਧਾਰੇ ਲਏ? 1000 ਰੁਪਇਆ। ਆਪਾਂ ਨੂੰ ਵਿਆਜ ਕਿੰਨਾ ਲਾ ਰਿਹਾ? 10%। ਸਮਾਂ ਤੁਹਾਨੂੰ ਪਤਾ ਹੀ ਹੈ ਜੀ, ਟਾਈਮ ਵੀ ਆਪਾਂ ਨੂੰ ਪੈਸੇ ਕਿੰਨੇ ਟਾਈਮ ਬਾਅਦ ਮੋੜਨੇ ਆ। ਮੰਨ ਲਓ ਟਾਈਮ ਹੈਗਾ ਆਪਣੇ ਕੋਲ 3 ਸਾਲ। ਠੀਕ ਹੈ ਜੀ। ਇੰਗਲਿਸ਼ ਦੇ ਵਿੱਚ ਫਾਰਮੂਲਾ ਕੀ ਹੁੰਦਾ? SI ਇਜ਼ ਇਕੁਅਲ ਟੂ P ਇੰਟੂ R ਇੰਟੂ T ਬਟਾ 100। SI ਆਪਾਂ ਬੋਲਦੇ ਹਾਂ ਸਧਾਰਨ ਵਿਆਜ ਨੂੰ, ਪ੍ਰਿੰਸੀਪਲ ਬੋਲਦੇ ਆ ਮੂਲਧਨ ਨੂੰ। ਠੀਕ ਹੈ। R ਦਰ ਮੈਂ ਤੁਹਾਨੂੰ ਦੱਸ ਹੀ ਚੁੱਕਿਆ, ਟਾਈਮ ਸਮਾਂ ਤੇ ਡਿਵਾਈਡ ਬਾਈ 100। ਠੀਕ ਹੈ। ਹੁਣ ਆਪਾਂ ਵਿਆਜ ਕੱਢ ਕੇ ਦੇਖਦੇ ਹਾਂ। ਪ੍ਰਿੰਸੀਪਲ ਕਿੰਨਾ ਜੀ ਆਪਣੇ ਕੋਲੇ? 1000। R ਕਿੰਨੀ ਆ? 10। ਟਾਈਮ ਕਿੰਨਾ? 3 ਸਾਲ ਡਿਵਾਈਡ ਬਾਈ 100। ਦੋ ਜ਼ੀਰੋਆਂ ਨਾਲ ਦੋ ਜ਼ੀਰੋਆਂ ਕੈਂਸਲ। 100 ਨੂੰ 3 ਨਾਲ ਗੁਣਾ ਕੀਤੀ, ਕਿੰਨਾ ਆ ਗਿਆ? 300 ਰੁਪਇਆ। ਮਤਲਬ ਕਿ ਜੇ ਆਪਾਂ ਕਿਸੇ ਤੋਂ 1000 ਰੁਪਇਆ ਉਧਾਰਾ ਲੈ ਕੇ ਆਏ ਆ, ਜੇ ਆਪਾਂ ਕਿਸੇ ਤੋਂ 1000 ਰੁਪਇਆ ਉਧਾਰਾ ਲੈ ਕੇ ਆਏ ਆ, ਤਾਂ 3 ਸਾਲ ਬਾਅਦ ਆਪਾਂ 10% ਦੇ ਹਿਸਾਬ ਨਾਲ ਉਹਨੂੰ 300 ਰੁਪਇਆ ਵਿਆਜ ਵਾਪਸ ਕਰਾਂਗੇ। ਮਤਲਬ ਟੋਟਲ ਅਮਾਊਂਟ ਕਿੰਨੀ ਵਾਪਸ ਕਰਕੇ ਆਵਾਂਗੇ? 1300 ਰੁਪਇਆ ਅਮਾਊਂਟ ਬਣ ਚੁੱਕਿਆ। ਇਹ ਆ ਵਿਆਜ ਕੱਢਣ ਦਾ ਫਾਰਮੂਲਾ ਜੀ। ਸਿੰਪਲ ਇੰਟਰਸਟ ਤੁਸੀਂ ਇਸ ਫਾਰਮੂਲੇ ਨਾਲ ਕੱਢ ਸਕਦੇ ਹੋ। ਮਾੜੀ ਜੀ ਮੈਂ ਤੁਹਾਨੂੰ ਹੁਣ ਗੱਲ ਸਮਝਾਉਂਦਾ ਵੀ ਇਹ ਹੁੰਦਾ ਕੀ ਆ ਅਸਲ ਦੇ ਵਿੱਚ। ਮੰਨ ਲਓ ਤੁਸੀਂ ਕਿਸੇ ਤੋਂ 1000 ਰੁਪਇਆ ਉਧਾਰਾ ਲਿਆ, ਜੋ ਆਪਾਂ ਹੁਣੇ ਕੀਤਾ ਕੁਐਸਚਨ, ਉਹਦੇ 'ਚ ਆਪਾਂ ਨੂੰ 10% ਰੇਟ ਲੱਗ ਰਿਹਾ ਸੀ। ਜਿਹੜਾ 10% ਹੁੰਦਾ ਨਾ, ਇਹਦੇ ਨਾਲ ਤੁਸੀਂ ਕਿਤੇ ਵੀ ਕੁਐਸਚਨ ਦੇਖੋਗੇ ਨਾਲ ਲਿਖਿਆ ਹੋਊਗਾ ਪਰ ਐਨਮ, ਜਾਂ ਇਦਾਂ ਪਾਇਆ ਹੋਊਗਾ 10% ਸਲੈਸ਼ ਪਾ ਕੇ ਐਨਮ, ਜਾਂ ਇਦਾਂ ਪਾਇਆ ਹੋਊਗਾ 10% ਪਰ ਐਨਮ। ਇਹਦਾ ਕੀ ਮਤਲਬ ਹੁੰਦਾ ਵੀ ਤੁਸੀਂ ਜਿੰਨੇ ਵੀ ਪੈਸੇ ਕਿਸੇ ਤੋਂ ਉਧਾਰੇ ਲਏ ਆ, ਜਾਂ ਆਪਾਂ ਕਿਸੇ ਨੂੰ ਪੈਸੇ ਉਧਾਰੇ ਦਿੱਤੇ ਆ, ਉਸ ਪੈਸਿਆਂ ਉੱਤੇ 1 ਸਾਲ ਦਾ 10% ਵਿਆਜ ਪਊਗਾ। ਜੇ ਮੰਨ ਲਓ 12% ਆ ਤਾਂ ਉਸ ਪੈਸਿਆਂ ਦਾ 12% ਪਊਗਾ, 15 ਤਾਂ 15% ਪਊਗਾ, ਜੇ 20 ਆ ਤਾਂ 20% ਪਊਗਾ। ਹੁਣ ਪਰਸੈਂਟੇਜ ਕੱਢਣ ਦਾ ਫਾਰਮੂਲਾ ਹੁੰਦਾ ਆਪਣੇ ਕੋਲ। ਮੰਨ ਲਓ ਆਪਾਂ 1000 ਦਾ 10% ਕੱਢਣਾ, 1000 ਗੁਣਾ 10 ਬਟਾ 100। ਠੀਕ ਆ। ਪਰਸੈਂਟੇਜ ਕੱਢਣ ਦਾ ਫਾਰਮੂਲਾ ਹੁੰਦਾ 1000 ਗੁਣਾ 10 ਬਟਾ 100। ਕਿਸੇ ਦੀ ਵੀ ਆਪਾਂ ਪਰਸੈਂਟੇਜ ਕੱਢਣੀ ਆ, ਉਹਨੂੰ ਉਹਨੇ ਨਾਲ ਹੀ ਮਲਟੀਪਲਾਈ ਕਰਕੇ ਡਿਵਾਈਡ 'ਚ ਆਪਾਂ 100 ਲਾ ਸਕਦੇ ਹਾਂ। 100 ਕਿੱਥੋਂ ਆਉਂਦਾ? ਪਰਸੈਂਟ।
ਜਿਹੜਾ ਪਰਸੈਂਟ ਹੁੰਦਾ ਨਾ, ਪਰਸੈਂਟ ਦਾ ਮਤਲਬ ਹੁੰਦਾ ਬਟਾ 100। ਇਹ ਗੱਲ ਯਾਦ ਰੱਖਣੀ ਹੈ ਹਮੇਸ਼ਾ। ਪਰਸੈਂਟ ਦਾ ਮਤਲਬ ਹੁੰਦਾ, ਪਰ ਮਤਲਬ ਹੁੰਦਾ ਬਟਾ, ਸੈਂਟ ਦਾ ਮਤਲਬ ਹੁੰਦਾ ਸੈਂਚਰੀ, ਮਤਲਬ ਬਟਾ 100। ਠੀਕ ਹੈ, ਇਹਦਾ ਜਦੋਂ ਆਪਾਂ 10% ਕੱਢਾਂਗੇ ਤਾਂ ਕਿੰਨਾ ਆਊਗਾ ਆਪਣੇ ਕੋਲੇ? 100 ਰੁਪਈਆ। ਮੈਂ ਤੁਹਾਨੂੰ ਕੀ ਦੱਸਿਆ ਵੀ 10% ਪਰ ਐਨਮ ਦਾ ਮਤਲਬ 1 ਸਾਲ ਦਾ ਵਿਆਜ, ਪਰ ਈਅਰ ਵਿਆਜ। ਮਤਲਬ ਜੇ ਆਪਾਂ ਕਿਸੇ ਤੋਂ 1000 ਰੁਪਈਆ ਉਧਾਰਾ ਲੈ ਰਹੇ ਆ ਤਾਂ ਆਪਾਂ ਨੂੰ 1 ਸਾਲ ਦਾ ਕਿੰਨਾ ਵਿਆਜ ਪੈ ਰਿਹਾ? 100 ਰੁਪਈਆ ਵਿਆਜ ਪੈ ਰਿਹਾ। ਠੀਕ ਹੈ, ਤੇ ਆਪਾਂ ਪੈਸੇ ਕਿੰਨੇ ਟਾਈਮ ਲਈ ਉਧਾਰੇ ਲਏ ਸੀਗੇ? 3 ਸਾਲ ਲਈ, ਤੇ ਇਸ ਲਈ ਆਪਾਂ ਨੂੰ ਕਿੰਨਾ ਵਿਆਜ ਪਊਗਾ? 3 ਨੂੰ 100 ਨਾਲ ਗੁਣਾ ਕੀਤਾ, 300 ਰੁਪਏ। ਤੇ ਇਹ ਫਾਰਮੂਲਾ ਕੋਈ ਬਾਹਰੋਂ ਨਹੀਂ ਆਇਆ, ਇਹ ਇਦਾਂ ਹੀ ਬਣਿਆ। ਦੇਖੋ ਜੇ ਆਪਾਂ ਇਹਨਾਂ ਦੋਹਾਂ ਨੂੰ ਅੱਡ ਕਰ ਦਈਏ, ਥੋੜਾ ਆਪਾਂ ਅਲੱਗ ਕਰਕੇ ਲਿਖਦੇ ਹਾਂ। ਜੇ ਆਪਣੇ ਕੋਲ ਹੈਗਾ P ਇੰਟੂ R ਬਟਾ 100 ਤੇ ਟਾਈਮ ਨੂੰ ਆਪਾਂ ਅਲੱਗ ਕਰ ਦਈਏ। ਦੇਖੋ P ਕਿੰਨਾ ਆਪਣੇ ਕੋਲੇ? 1000, R ਕਿੰਨਾ ਆਪਣੇ ਕੋਲੇ? 10 ਬਟੇ 'ਚ ਕੀ ਆ ਗਿਆ? 100। ਜਿਹੜਾ 100 ਆਇਆ ਨਾ, ਇਹ ਪਰਸੈਂਟ ਨਾਲੋਂ ਹਟਾ ਕੇ ਹੀ ਆਪਾਂ ਬਟੇ 'ਚ 100 ਆਇਆ। ਜਦੋਂ ਤੁਸੀਂ ਇਹਨੂੰ ਦੇਖੋਗੇ ਨਾ ਇਕੱਲੇ ਇਸ ਨੂੰ, ਇਹਨੂੰ P ਇੰਟੂ R ਬਟਾ 100, 1000 ਇੰਟੂ 10 ਬਟਾ 100, ਤੇ ਇੱਧਰ ਵੀ ਕੀ ਕੀਤਾ ਆਪਾਂ? 1000 ਇੰਟੂ 10 ਬਟਾ 100। ਮਤਲਬ ਕਿ ਜਿਹੜਾ ਇਹ ਵਾਲਾ ਫਾਰਮੂਲਾ ਨਾ ਇਕੱਲਾ P R ਬਟਾ 100, ਇਹ 1 ਸਾਲ ਦਾ ਵਿਆਜ। PR ਬਟਾ 100 1 ਸਾਲ ਦਾ ਵਿਆਜ ਆ, ਉਹਨੂੰ ਆਪਾਂ ਟਾਈਮ ਨਾਲ ਗੁਣਾ ਕਰ ਦਿੰਦੇ ਆ ਤਾਂ ਕੀ ਬਣ ਜਾਂਦਾ? ਉਹ ਟੋਟਲ ਵਿਆਜ ਬਣ ਜਾਂਦਾ, ਜਿੰਨੇ ਵੀ ਟਾਈਮ ਆਪਣੇ ਕੋਲ ਹੁੰਦਾ, 2 ਸਾਲ 3 ਸਾਲ। ਇੱਕ ਗੱਲ ਯਾਦ ਰੱਖਣੀ ਆ ਕਿ ਜਿਹੜਾ ਵਿਆਜ ਦਿੱਤਾ ਹੁੰਦਾ ਨਾ, ਉਹ ਪਰ ਐਨਮ ਹੁੰਦਾ, ਈਅਰ। 2 ਸਾਲ 3 ਸਾਲ 4 ਸਾਲ 5 ਸਾਲ, ਤੇ ਜਿਹੜਾ ਟਾਈਮ ਇੱਥੇ ਤੁਸੀਂ ਟਾਈਮ ਲਿਖਣਾ ਨਾ, ਉਹ ਵੀ ਈਅਰ ਦੇ ਵਿੱਚ ਹੀ ਲਿਖਣਾ। ਕਈ ਵਾਰ ਕੁਐਸਚਨ ਆਪਣੇ ਕੋਲੇ ਮੰਥ 'ਚ ਆ ਜਾਂਦਾ ਵੀ ਆਪਾਂ 8 ਮਹੀਨਿਆਂ ਦਾ ਵਿਆਜ ਕੱਢਣਾ, 6 ਮਹੀਨਿਆਂ ਦਾ ਵਿਆਜ ਕੱਢਣਾ, ਤਾਂ ਤੁਸੀਂ ਯਾਦ ਰੱਖਣਾ ਵੀ ਤੁਸੀਂ ਉਸ ਮੰਥ ਨੂੰ ਪਹਿਲਾਂ ਸਾਲ ਦੇ ਵਿੱਚ ਕਨਵਰਟ ਕਰਨਾ, ਫਿਰ ਇੱਥੇ ਪੁੱਟ ਕਰਨਾ। ਤੁਸੀਂ ਮੰਥ ਨਹੀਂ ਲਿਖ ਸਕਦੇ। ਠੀਕ ਆ, ਜਿਵੇਂ ਆਪਣੇ ਕੋਲ ਇੱਕ ਅਗਲਾ ਕੁਐਸਚਨ ਆ, ਮੈਂ ਤੁਹਾਨੂੰ ਉਹ ਤੋਂ ਸਮਝਾਉਣਾ। ਹਾਂਜੀ, ਆਹ ਕੁਐਸਚਨ ਦੇਖੋ, ਫਾਈਂਡ ਦਾ ਸਿੰਪਲ ਇੰਟਰਸਟ ਔਨ 68000 ਐਟ 16/2/3%। ਠੀਕ ਆ, ਪਰ ਐਨਮ ਫॉर 9 ਮੰਥ। ਆਪਾਂ ਇੱਥੇ ਕਿੰਨੇ ਟਾਈਮ ਦਾ ਵਿਆਜ ਕੱਢਣਾ? 9 ਮਹੀਨਿਆਂ ਦਾ ਵਿਆਜ ਕੱਢਣਾ। ਜਦੋਂ ਤੁਸੀਂ ਫਾਰਮੂਲਾ ਲਾਓਗੇ SI = P ਇੰਟੂ R ਇੰਟੂ T ਡਿਵਾਈਡ ਬਾਈ 100। ਪ੍ਰਿੰਸੀਪਲ ਕਿੰਨਾ ਜੀ? 68000। R ਕਿੰਨੀ ਆ? ਇਹਨੂੰ ਸੋਲਵ ਕਰ ਸਕਦੇ ਹੋ ਤੁਸੀਂ। 16/2/3, 16/2/3 ਨੂੰ ਸੋਲਵ ਕਰੋ। 16 ਤੀਆ 48, 48 ਤੇ 2 ਕਿੰਨੇ ਹੋ ਗਏ ਜੀ? 50/3। ਠੀਕ ਹੈ, ਕਿੰਨੇ ਹੋ ਗਏ? 50/3। ਤੁਸੀਂ ਇੱਥੇ ਲਿਖੋਗੇ 50/3। ਤੇ ਟਾਈਮ ਕਿੰਨਾ ਜੀ ਆਪਣੇ ਕੋਲੇ? 9, ਬਟ ਕਾਹਦੇ 'ਚ ਆ? ਮੰਥ 'ਚ। ਹੁਣ ਦੇਖੋ 1 ਬਟੇ 'ਚ 100 ਵੀ ਆਊਗਾ, ਤੁਸੀਂ ਇਹ 3 ਦੇ ਨਾਲ ਬਟੇ 'ਚ 100 ਵੀ ਲਾ ਸਕਦੇ ਹੋ। ਗੱਲ ਯਾਦ ਰੱਖੀ, ਮੈਂ ਤੁਹਾਨੂੰ ਸਮਝਾਉਣਾ ਕੀ ਚਾਹੁੰਦਾ, ਇੱਥੇ 9 ਮੰਥ, ਆਪਾਂ ਜੇ ਇੱਥੇ 9 ਲਿਖਤਾ ਨਾ, ਕੱਲਾ 9 ਲਿਖਤਾ, ਤੇ ਜਦੋਂ ਤੁਸੀਂ ਇਹਨੂੰ ਸੋਲਵ ਕਰੋਗੇ ਨਾ, ਇਸ ਫਾਰਮੂਲੇ ਨੂੰ, ਆ ਸਾਰੀ ਇਕੁਏਸ਼ਨ ਆਪਣੇ ਕੋਲੇ ਕੈਲਕੂਲੇਸ਼ਨ ਨੂੰ, ਤਾਂ ਤੁਹਾਡੇ ਕੋਲੇ 9 ਸਾਲ ਦਾ ਵਿਆਜ ਆ ਜਾਊਗਾ। ਗਲਤੀ ਨਾਲ ਵੀ 9 ਮਹੀਨਿਆਂ ਦੀ ਥਾਂ ਤੇ ਕੱਲਾ 9 ਨਹੀਂ ਲਿਖਣਾ, ਉਹਦੇ ਬਟੇ 'ਚ ਕੀ ਲਾ ਦੇਣਾ ਆਪਾਂ? 12। ਕਿਉਂਕਿ ਜਦੋਂ ਆਪਾਂ ਮੰਥ ਦੇ ਡਿਵਾਈਡ 'ਚ 12 ਕਰ ਦਿੰਦੇ ਆ ਤਾਂ ਉਹ ਈਅਰ ਦੇ ਵਿੱਚ ਕਨਵਰਟ ਹੋ ਜਾਂਦਾ। ਠੀਕ ਹੈ ਜੀ, ਇਹ ਗੱਲ ਮੈਂ ਤੁਹਾਨੂੰ ਦੱਸਣੀ ਚਾਹੁੰਦਾ ਸੀ। ਠੀਕ ਹੈ ਜੀ, ਦੂਸਰੀ ਗੱਲ ਦੱਸਦੇ, ਪਿਛਲੀ ਸਾਈਡ ਤੇ ਚੱਲਦੇ ਆਪਾਂ। ਦੇਖੋ, ਇੱਕ ਤਾਂ ਹੁੰਦਾ ਆਪਾਂ ਇੱਥੇ ਪਰਸੈਂਟ ਲਿਖਿਆ ਵੀ ਕਿਸੇ ਦਾ ਵੀ 10% ਕੱਢਤਾ। ਕਈ ਵਾਰ ਵੈਲਿਊ ਇਦਾਂ ਦੀ ਆ ਜਾਂਦੀ, ਜਿਵੇਂ ਆਪਣੇ ਕੋਲੇ ਆਹ ਫਾਰਮੂਲੇ ਇਸ ਕੁਐਸਚਨ ਦੇ ਵਿੱਚ ਸੀਗਾ 16/2/3। ਇਹਦੀ ਇੱਕ ਫ੍ਰੈਕਸ਼ਨ ਵੈਲਿਊ ਹੁੰਦੀ ਹੈ 1/6। 1/6 ਦਾ ਕੀ ਮਤਲਬ ਆ ਵੀ ਜਿਹੜਾ 16/2/3% ਆ ਨਾ, ਇਹ 100 ਦਾ 6ਵਾਂ ਹਿੱਸਾ। ਜੇ ਤੁਸੀਂ 100 ਦੇ ਬਟਾ 6 ਕਰਦੇ ਹੋ ਨਾ, ਤਾਂ 16/2/3 ਆਊਗਾ। ਜਿਵੇਂ ਆਪਣੇ ਕੋਲੇ ਮੰਨ ਲਓ ਤੁਹਾਡੇ ਕੋਲੇ ਵਿਆਜ ਆ ਗਿਆ, ਪ੍ਰਿੰਸੀਪਲ ਦਿੱਤਾ ਹੋਇਆ ਤੁਹਾਨੂੰ 8000, R ਦਿੱਤੀ ਹੋਈ ਹੈ ਤੁਹਾਨੂੰ 20%, ਤੇ ਟਾਈਮ ਦਿੱਤਾ ਹੋਇਆ ਤੁਹਾਨੂੰ ਮੰਨ ਲਓ 2 ਸਾਲ। ਠੀਕ ਹੈ, ਆਪਾਂ ਫਾਰਮੂਲੇ 'ਚ ਪੁੱਟ ਕਰਦੇ ਹਾਂ P ਇੰਟੂ R ਇੰਟੂ T ਬਟਾ 100। ਦੇਖੋ ਪ੍ਰਿੰਸੀਪਲ ਕਿੰਨਾ? 8000। ਤੁਸੀਂ R ਦੀ ਜਗ੍ਹਾ ਨਾ, ਇਹਦੀ ਫ੍ਰੈਕਸ਼ਨ ਵੈਲਿਊ ਕਿੰਨੀ ਹੁੰਦੀ ਹੈ 20% ਦੀ? 1/5। ਜੇ ਤੁਹਾਨੂੰ ਯਾਦ ਹੋਵੇ ਕਿੰਨੀ ਹੁੰਦੀ ਹੈ? 1/5। ਠੀਕ ਹੈ, ਹੁਣ ਫ੍ਰੈਕਸ਼ਨ ਵੈਲਿਊ ਕੱਢੀ ਦੀ ਕਿਵੇਂ ਆ? ਫ੍ਰੈਕਸ਼ਨ ਵੈਲਿਊ ਕੱਢਣੀ ਕੋਈ ਔਖਾ ਨਹੀਂ, ਜਿੰਨੀ ਵੀ ਤੁਹਾਡੇ ਕੋਲੇ ਪਰਸੈਂਟ ਦਿੱਤਾ, ਉਹਨਾਂ ਨਾਲੋਂ ਪਰਸੈਂਟ ਹਟਾ ਕੇ ਬਟੇ 'ਚ ਕੀ ਲਾ ਦਿਓ? 100 ਲਾ ਦਿਓ, ਤੇ ਦੋਹਾਂ ਨੂੰ ਕੱਟੋਗੇ ਤਾਂ ਉਹਦੀ ਫ੍ਰੈਕਸ਼ਨ ਵੈਲਿਊ ਬਣ ਜੂਗੀ। ਜਿਵੇਂ ਆਪਣੇ ਕੋਲੇ ਇੱਥੇ ਦਿੱਤਾ ਹੋਇਆ ਸੀਗਾ 16/2/3%, ਇਹਨੂੰ ਆਪਾਂ ਕਨਵਰਟ ਕਰ ਲਿਆ ਪਹਿਲਾਂ 16 ਤੀਆ 48, 48 ਤੇ 2 50/3, ਬਟ ਪਰਸੈਂਟ ਨਹੀਂ ਖਤਮ ਹੋਇਆ। ਜੇ ਤੁਸੀਂ ਪਰਸੈਂਟ ਨੂੰ ਖਤਮ ਕਰੋਗੇ ਤੇ ਬਟੇ 'ਚ 100 ਲਾਓਗੇ, ਤੇ 50 ਨੂੰ ਇਹਦੇ ਨਾਲ ਕੱਟਿਆ ਤਾਂ ਕਿੰਨਾ ਆ ਜਾਊਗਾ? 2। 1 ਬਟਾ ਕਿੰਨਾ ਬਣ ਗਿਆ? 6। ਠੀਕ ਹੈ, 1 ਬਟਾ ਕਿੰਨਾ ਹੋ ਗਿਆ? 6। ਓਕੇ, ਮਤਲਬ ਤੁਸੀਂ ਪਰਸੈਂਟੇਜ ਨੂੰ ਫ੍ਰੈਕਸ਼ਨ ਦੇ ਵਿੱਚ ਕਨਵਰਟ ਕਰ ਸਕਦੇ ਹੋ।
ਤੇ ਜਦੋਂ ਤੁਸੀਂ ਇੱਥੇ 8000 ਦੇ ਨਾਲ ਪਰਸੈਂਟ ਦੀ ਬਜਾਏ ਫ੍ਰੈਕਸ਼ਨ ਵੀ ਲਿਖ ਸਕਦੇ 1/5 ਤੇ ਉਹਨੂੰ ਮਲਟੀਪਲਾਈ ਕਿੰਨੇ ਨਾਲ ਕਰ ਦੋਗੇ ਤੁਸੀਂ 2 ਨਾਲ, ਕਿਉਂਕਿ ਟਾਈਮ ਕਿੰਨਾ 2 ਹੈ। ਇੱਕ ਗੱਲ ਯਾਦ ਰੱਖਣੀ ਹੈ ਵੀ ਜੇ ਤਾਂ ਤੁਸੀਂ ਇੱਥੇ ਪਰਸੈਂਟ ਲਿਖ ਰਹੇ ਹੋ ਫਾਰਮੂਲੇ ਵਿੱਚ ਆਰ ਦੀ ਜਗ੍ਹਾ ਉੱਤੇ ਪਰਸੈਂਟ ਲਿਖ ਰਹੇ ਹੋ ਤਾਂ ਬਟੇ 'ਚ 100 ਲੱਗੂਗਾ, ਬਟ ਜੇ ਤੁਸੀਂ ਪਰਸੈਂਟ ਨਹੀਂ ਲਿਖ ਰਹੇ ਫ੍ਰੈਕਸ਼ਨ ਲਿਖ ਰਹੇ ਹੋ ਤਾਂ ਬਟੇ 'ਚ 100 ਨਹੀਂ ਲੱਗੂਗਾ। ਆਪਾਂ ਤਾਂ ਦੋਨੇ ਤਰੀਕਿਆਂ ਨਾਲ ਕੁਐਸਚਨ ਕਰਕੇ ਦਿੰਦੇ ਆ। ਜਿਵੇਂ 5 ਨੂੰ ਇਹਦੇ ਉੱਤੇ ਕੈਂਸਲ ਕੀਤਾ ਕਿੰਨਾ ਆ ਜਾਊਗਾ ਜੀ ਆਪਣੇ ਕੋਲੇ 16 5 80, 16 ਗੁਣਾ ਕਿੰਨੇ ਹੁੰਦੇ ਜੀ 32। ਆਪਣਾ ਆਨਸਰ ਕਿੰਨਾ ਆ ਜਾਊਗਾ 3200 ਰੁਪਇਆ। ਠੀਕ ਹੈ ਜੀ। ਹੁਣ ਦੇਖੋ ਜੇ ਆਪਾਂ ਇੱਥੇ ਮੰਨ ਲਓ 1/5 ਨਾ ਲਾਉਂਦੇ, ਆਪਾਂ ਇੱਥੇ ਪਰਸੈਂਟੇਜ 'ਚ ਲਿਖਦੇ, ਇਹਨੂੰ ਪਰਸੈਂਟੇਜ 'ਚ ਲਿਖਦੇ, ਫਿਰ ਕਿਵੇਂ ਕਰਦੇ 8000 20 ਬਟਾ ਫਿਰ ਕੀ ਆਊਗਾ 100 ਆਊਗਾ ਤੇ ਗੁਣਾ ਕਿੰਨਾ ਆਊਗਾ। ਮਤਲਬ ਜੇ ਤੁਸੀਂ ਫਾਰਮੂਲੇ ਵਿੱਚ ਆਰ ਦੀ ਜਗ੍ਹਾ ਪਰਸੈਂਟੇਜ ਲਿਖ ਰਹੇ ਹੋ ਤਾਂ ਬਟੇ 'ਚ 100 ਆਊਗਾ, ਜੇ ਫ੍ਰੈਕਸ਼ਨ ਲਿਖ ਰਹੇ ਹੋ ਫਿਰ ਬਟੇ 'ਚ 100 ਨਹੀਂ ਆਊਗਾ। ਠੀਕ ਹੈ, ਬਸ ਇਸ ਗੱਲ ਦਾ ਖਿਆਲ ਰੱਖਣਾ। ਜਿਵੇਂ 2 ਜ਼ੀਰੋ ਨਾਲ 2 ਜ਼ੀਰੋ ਨਾਲ ਕੈਂਸਲ, 8 ਤੋਂ ਨਹੀਂ 16 1600 ਬਣ ਗਿਆ, 16 ਨੂੰ 2 ਨਾਲ ਗੁਣਾ ਕੀਤਾ ਕਿੰਨਾ ਬਣ ਗਿਆ 3200। ਹੁਣ ਦੇਖੋ ਇੱਥੇ ਆਪਾਂ 100 ਨਹੀਂ ਲਾਇਆ ਤਾਂ ਵੀ ਆਨਸਰ 3200 ਆਇਆ, ਇੱਥੇ 100 ਲਾਇਆ ਤਾਂ ਵੀ ਆਨਸਰ ਕਿੰਨਾ ਆਇਆ 3200 ਹੀ ਆਇਆ। ਠੀਕ ਹੈ, ਇਹ ਗੱਲ ਦਾ ਖਿਆਲ ਰੱਖਣਾ। ਹੁਣ ਜਿਵੇਂ ਇੱਥੇ ਆਪਾਂ ਲਿਖਿਆ ਸੀ 50/3, 50/3 ਦੀ ਬਜਾਏ ਤੁਸੀਂ ਇਹਦੀ ਫ੍ਰੈਕਸ਼ਨ ਵੈਲਿਊ ਵੀ ਲਿਖ ਸਕਦੇ ਹੋ, ਕਿੰਨੀ ਹੁੰਦੀ ਹੈ 1/6 ਹੁੰਦੀ ਹੈ। ਠੀਕ ਹੈ, ਇੱਕ ਮਿੰਟ ਆਪਾਂ ਦੁਬਾਰਾ ਕਰਦੇ ਹਾਂ। ਦੇਖੋ ਪ੍ਰਿੰਸੀਪਲ ਕਿੰਨਾ ਜੀ ਆਪਣੇ ਕੋਲੇ 68000, ਆਰ ਕਿੰਨੀ ਹੈ ਮੈਂ ਤੁਹਾਨੂੰ ਦੱਸਿਆ ਵੀ ਉਹਦੀ ਫ੍ਰੈਕਸ਼ਨ ਵੈਲਿਊ ਲਿਖਾਂਗੇ ਆਪਾਂ, ਕਿੰਨੀ ਹੁੰਦੀ 16 ਸੀ 2/3 ਦੀ ਫ੍ਰੈਕਸ਼ਨ ਵੈਲਿਊ 1/6 ਤੇ ਟਾਈਮ ਕਿੰਨਾ ਜੀ ਆਪਣੇ ਕੋਲੇ 9 ਮੰਥ ਡਿਵਾਈਡ ਚ ਕਿੰਨਾ ਆਊਗਾ 12 ਤੇ ਬਟੇ 100 ਨਹੀਂ ਲਾਉਣਾ ਹੁਣ। ਠੀਕ ਆ, ਇਸ ਫਾਰਮ ਜਦੋਂ ਤੁਸੀਂ ਇਹਨੂੰ ਸੋਲਵ ਕਰੋਗੇ ਆਨਸਰ ਤਾਂ ਵੀ ਉਨਾ ਹੀ ਆਊਗਾ, ਬਟ ਇੱਥੇ ਬਟੇ ਚ 100 ਆਇਆ ਕਿਉਂਕਿ ਇੱਥੇ ਆਪਾਂ ਪਰਸੈਂਟੇਜ ਵੈਲਿਊ ਲਿਖ ਰਹੇ ਹਾਂ, ਇੱਥੇ ਫ੍ਰੈਕਸ਼ਨ ਵੈਲਿਊ ਲਿਖ ਰਹੇ ਹਾਂ ਤਾਂ ਬਟੇ ਚ 100 ਨਹੀਂ ਲੱਗੂਗਾ। ਠੀਕ ਹੈ, ਇਹਨੂੰ ਤੁਸੀਂ ਕੱਟ ਸਕਦੇ ਹੋ, 3 ਦੇ ਟੇਬਲ ਤੇ ਕੈਂਸਲ ਕਰਤੇ 2, ਇਹਨੂੰ 4 ਦੇ ਟੇਬਲ ਤੇ ਕੈਂਸਲ ਕਰਾਂਗੇ 17 ਚੌਂਕੀ ਕਿੰਨੇ ਹੁੰਦੇ ਜੀ 68 ਹੁੰਦੇ ਆ। ਠੀਕ ਹੈ, ਇਹਨੂੰ ਕੈਂਸਲ ਕੀਤਾ ਕਿੰਨਾ ਆ ਗਿਆ 2, 3 ਦੂਣੀ 6 ਤੇ 2 ਨੂੰ 17000 ਤੇ ਕੈਂਸਲ ਕੀਤਾ ਕਿੰਨਾ ਆ ਗਿਆ 8500 ਰੁਪਇਆ। ਮਤਲਬ ਆਪਣੇ ਦਾ ਆਨਸਰ ਕਿੰਨਾ ਆਊਗਾ 8500 ਰੁਪਇਆ ਆਊਗਾ। ਜੇ ਤੁਸੀਂ ਇਸ ਫਾਰਮੂਲੇ ਨਾਲ ਸੋਲਵ ਕਰਦੇ ਤਾਂ ਵੀ ਆਨਸਰ ਕਿੰਨਾ ਆਉਣਾ ਸੀਗਾ 8500 ਹੀ ਆਉਣਾ। ਬਸ ਗੱਲ ਯਾਦ ਰੱਖਣੀ ਵੀ ਪਰਸੈਂਟੇਜ ਵੇਲੇ ਬਟੇ 'ਚ 100 ਆਊਗਾ, ਫ੍ਰੈਕਸ਼ਨ ਵੇਲੇ ਬਟੇ 'ਚ 100 ਨਹੀਂ ਆਊਗਾ। ਠੀਕ ਆ, 100% 1 ਦੇ ਬਰਾਬਰ ਹੁੰਦਾ ਫ੍ਰੈਕਸ਼ਨ ਦੇ ਵਿੱਚ, 1 ਆ ਜਿਹੜਾ ਉਹ ਆਪਦੇ ਆਪ 'ਚ 100% ਦੇ ਬਰਾਬਰ ਹੁੰਦਾ। ਹੁਣ ਕਿਵੇਂ ਬਰਾਬਰ ਹੁੰਦਾ ਦੇਖੋ, ਜਦੋਂ ਤੁਸੀਂ 100 ਦੇ ਨਾਲੋਂ ਪਰਸੈਂਟ ਹਟਾਓਗੇ ਤਾਂ ਬਟੇ 'ਚ 100 ਲੱਗੂਗਾ, 100 ਨਾਲ 100 ਕੱਟ ਕੇ ਕੀ ਰਹਿ ਜਾਊਗਾ 1 ਰਹਿ ਜਾਊਗਾ। ਠੀਕ ਹੈ, ਅਗਲਾ ਕੁਐਸਚਨ ਦੇਖਦੇ ਹਾਂ ਜੀ। ਐਟ ਦਾ ਰੇਟ ਆਫ 8/2/3% ਪਰ ਐਨਮ, ਮੈਂ ਕਿਹਾ ਸੀਗਾ ਨਾ ਵੀ ਹਰੇਕ ਪਰਸੈਂਟੇਜ ਦੇ ਨਾਲ ਪਰ ਐਨਮ ਲਿਖਿਆ ਹੋਊਗਾ ਜੀ ਤੁਹਾਨੂੰ। ਠੀਕ ਹੈ, ਇਹ ਗੱਲ ਦਾ ਖਿਆਲ ਰੱਖਣਾ। ਪਰ ਐਨਮ ਦਾ ਕੀ ਮਤਲਬ ਹੁੰਦਾ ਵੀ ਜਿਹੜਾ 8.5% ਵਿਆਜ ਲੱਗ ਰਿਹਾ ਉਹ 1 ਸਾਲ ਦਾ ਲੱਗ ਰਿਹਾ। ਠੀਕ ਹੈ, ਸਿੰਪਲ ਇੰਟਰਸਟ ਲੱਗ ਰਿਹਾ। ਆ ਸਮ ਆਫ ਰੁਪੀਜ਼, ਆ ਸਮ ਕਿਹਨੂੰ ਬੋਲਦੇ, ਜਿੱਥੇ ਵੀ ਸਮ ਆ ਜੇ ਦਾ ਮਤਲਬ ਉਹ ਪ੍ਰਿੰਸੀਪਲ ਦੀ ਗੱਲ ਕਰ ਰਹੇ। ਠੀਕ ਹੈ, ਆ ਸਮ ਆਫ ਰੁਪੀਜ਼ 4800 ਵਿਲ ਅਰਨ ਹਾਊ ਮਚ ਇੰਟਰਸਟ ਇਨ 2 ਈਅਰ 3 ਮੰਥ। ਉਹ ਕਹਿੰਦੇ ਵੀ 2 ਸਾਲ 3 ਮਹੀਨਿਆਂ ਦੇ ਵਿੱਚ 8.5% ਦੇ ਹਿਸਾਬ ਨਾਲ 4800 ਉੱਤੇ ਕਿੰਨਾ ਵਿਆਜ ਬਣੂਗਾ। ਆਪਾਂ ਵਿਆਜ ਦੱਸਣਾ। ਠੀਕ ਹੈ, ਤੁਹਾਨੂੰ ਫਾਰਮੂਲੇ ਦਾ ਪਤਾ, ਪ੍ਰਿੰਸੀਪਲ ਇਕੁਅਲ ਟੂ ਸੌਰੀ SI ਇਕੁਅਲ ਟੂ P ਇੰਟੂ R ਇੰਟੂ T ਡਿਵਾਈਡ ਬਾਈ 100। ਪ੍ਰਿੰਸੀਪਲ ਕਿੰਨਾ ਜੀ ਆਪਣੇ ਕੋਲੇ 4800, ਆਰ ਕਿੰਨੀ ਹੈ ਇਹਨੂੰ ਕਨਵਰਟ ਕਰੋ 8 ਤੋਂ ਨਹੀਂ 16 ਤੇ 1 17/2%, 17/2% ਗੁਣਾ ਟਾਈਮ ਕਿੰਨਾ 2 ਸਾਲ 3 ਮਹੀਨੇ। ਹੁਣ ਦੇਖੋ ਆਪਾਂ ਇੱਥੇ ਪਰਸੈਂਟੇਜ ਵੈਲਿਊ ਯੂਜ਼ ਕਰ ਰਹੇ ਹਾਂ, 17/2% ਆ, ਆਪਾਂ ਪਰਸੈਂਟ ਹਟਾ ਕੇ ਬਟੇ 100 ਨਹੀਂ ਲਾਇਆ, ਬਟ ਇੱਥੇ 100 ਲੱਗੂਗਾ। ਮੈਂ ਤੁਹਾਨੂੰ ਦੱਸਿਆ ਵੀ ਜਦੋਂ ਵੀ ਪਰਸੈਂਟੇਜ ਵੈਲਿਊ ਯੂਜ਼ ਕਰਨੀ ਹੈ ਤਾਂ ਬਟੇ 'ਚ 100 ਲਾਉਣਾ, ਫ੍ਰੈਕਸ਼ਨ ਵੈਲਿਊ ਨਹੀਂ ਲਾਉਣਾ। 17/2 ਪਰਸੈਂਟੇਜ ਵੈਲਿਊ ਹੀ ਆ, ਫ੍ਰੈਕਸ਼ਨ ਵੈਲਿਊ ਨਹੀਂ। ਫ੍ਰੈਕਸ਼ਨ ਵੈਲਿਊ ਤਾਂ ਬਣੂਗੀ ਜੇ ਆਪਾਂ ਇਹਦੇ ਬਟਾ ਕੀ ਲਾਵਾਂਗੇ ਇੱਥੇ 100 ਲਾਵਾਂਗੇ। ਠੀਕ ਹੈ, ਹੁਣ ਆਪਾਂ ਪ੍ਰਿੰਸੀਪਲ ਵੀ ਲਿਖ ਲਿਆ, ਆਰ ਵੀ ਲਿਖ ਲਈ, ਟਾਈਮ ਨਹੀਂ ਲਿਖਿਆ। ਟਾਈਮ ਕਿਵੇਂ ਆਊਗਾ, ਟਾਈਮ ਇੱਕ ਤਾਂ ਹੈਗਾ 2 ਸਾਲ ਪੂਰੇ, ਨਾਲ ਕਿੰਨੇ ਆ 3 ਮਹੀਨੇ, 2 ਸਾਲ 3 ਮਹੀਨੇ। ਇਹਨੂੰ ਕਨਵਰਟ ਕਰਨ ਦੇ ਜਾਂ ਲਿਖਣ ਦੇ 2 ਤਰੀਕੇ ਹੁੰਦੇ ਆ। ਮੰਨ ਲਓ ਪਹਿਲਾਂ ਤੁਸੀਂ ਜਿਹੜੇ ਸਿਰਫ 3 ਮਹੀਨੇ ਆ ਇਹਨੂੰ ਕਨਵਰਟ ਕਰ ਲਓ ਸਾਲਾਂ 'ਚ, 3 ਬਟਾ ਕਿੰਨਾ ਆ ਗਿਆ 12। ਮੈਂ ਤੁਹਾਨੂੰ ਦੱਸਿਆ ਵੀ ਜਦੋਂ ਵੀ ਤੁਸੀਂ ਮਹੀਨਿਆਂ ਨੂੰ ਸਾਲਾਂ ਦੇ ਵਿੱਚ ਕਨਵਰਟ ਕਰਨਾ ਤਾਂ ਬਟੇ 'ਚ ਕੀ ਆਉਂਦਾ 12 ਆਉਂਦਾ। 3 ਨੂੰ 4 ਤੇ ਕੱਟਿਆ ਕਿੰਨਾ ਆ ਗਿਆ 1/4, ਇਹ ਬਣ ਜੂਗਾ ਤੁਹਾਡੇ ਕੋਲੇ 2 ਸਹੀ 1/4। 4 ਦੂਣੀ 8 ਤੇ 1 ਕਿੰਨਾ ਹੋ ਗਿਆ 9/4, ਇਹ ਬਣ ਗਏ ਸਾਲ। ਸਾਲ ਕਿਵੇਂ ਬਣ ਗਏ, ਕਿਉਂਕਿ ਜੋ ਮਹੀਨੇ ਸੀ ਉਹਨੂੰ ਆਪਾਂ ਕਾਹ 'ਚ ਕਨਵਰਟ ਕਰ ਲਿਆ ਸਾਲਾਂ 'ਚ, 2 ਤਾਂ ਆਪਣੇ ਕੋਲ ਪਹਿਲਾਂ ਹੀ ਸਾਲ ਸੀ। ਠੀਕ ਆ, ਦੋਹਾਂ ਨੂੰ ਐਡ ਕਰਤਾ ਕਿੰਨਾ ਬਣ ਗਿਆ 9/4 ਤੇ ਤੁਸੀਂ ਇੱਥੇ ਲਿਖ ਸਕਦੇ ਹੋ 9/4। ਮੈਂ ਦੁਬਾਰਾ ਲਿਖ ਦਿੰਦਾ ਇਹ ਫਾਰਮੂਲਾ। ਪ੍ਰਿੰਸੀਪਲ ਕਿੰਨਾ ਸੀਗਾ ਜੀ 4800,
आर आ गई 17/2, नाल आ गया 100, तो टाइम कितना आ गया 9/4। बटे वाली वैल्यू में बटे च लिख देना। ठीक है, ਇਹਨੂੰ ਆਪਾਂ ਕੈਂਸਲ। ਇੱਕ ਤਾਂ ਇਹ ਤਰੀਕਾ ਜੀ ਟਾਈਮ ਲਿਖਣ ਦਾ, ਦੂਸਰਾ ਤਰੀਕਾ ਕੀ ਹੈ ਟਾਈਮ ਲਿਖਣ ਦਾ। ਦੇਖੋ ਤੁਹਾਡੇ ਕੋਲ ਟਾਈਮ ਕਿੰਨਾ ਸੀ ਆਪਣੇ ਕੋਲ 2 ਸਾਲ ਤੇ 3 ਮਹੀਨੇ। ਹੁਣ 1 ਸਾਲ ਦੇ ਵਿੱਚ ਕਿੰਨੇ ਮਹੀਨੇ ਹੁੰਦੇ ਆ ਜੀ 12, ਤੇ 2 ਸਾਲਾਂ 'ਚ ਕਿੰਨੇ ਮਹੀਨੇ ਹੋਣਗੇ 12 ਤੇ 12 24 ਤੇ 3 ਮਹੀਨੇ ਉੱਪਰ ਆ ਜੀ। 12 12 24 ਤੇ 3 ਕਿੰਨੇ ਹੋ ਗਏ 27 ਮਹੀਨੇ। ਕਿੰਨੇ ਮੰਥ ਹੋ ਗਏ ਜੀ 27 ਮੰਥ ਹੋ ਗਏ। ਹੁਣ ਆਪਾਂ ਕਿਵੇਂ ਲਿਖ ਸਕਦੇ ਸੀ ਫਾਰਮੂਲੇ ਵਿੱਚ ਮੰਥ ਟਾਈਮ ਨੂੰ 4800 ਗੁਣਾ 17 ਬਟਾ 100 ਗੁਣਾ 2 ਤਾਂ ਉਦਾਂ ਹੀ ਆਊਗਾ। ਆਪਾਂ ਸਿਰਫ ਟਾਈਮ ਦੀ ਗੱਲ ਕਰ ਰਹੇ ਹਾਂ ਵੀ ਟਾਈਮ ਨੂੰ ਕਿਵੇਂ ਲਿਖ ਸਕਦੇ ਹਾਂ। ਟਾਈਮ ਕਿੰਨਾ ਬਣਦਾ ਜੀ ਆਪਣੇ ਕੋਲੇ 27 ਮੰਥ, ਤੇ ਮੈਂ ਤੁਹਾਨੂੰ ਦੱਸਿਆ ਵੀ ਫਾਰਮੂਲੇ ਵਿੱਚ ਮੰਥ ਨਹੀਂ ਆਉਂਦੇ। ਮੰਥ ਨੂੰ ਕਾਹ 'ਚ ਲਿਖਣਾ ਪੈਂਦਾ ਆਪਾਂ ਨੂੰ ਈਅਰ 'ਚ, ਤੇ ਈਅਰ ਕਿਵੇਂ ਹੁੰਦਾ ਕਨਵਰਟ ਕਿਵੇਂ ਹੁੰਦਾ ਡਿਵਾਈਡ ਬਾਈ 12 ਕਰਕੇ, ਜਿਵੇਂ ਆਪਾਂ ਇੱਥੇ ਕੀਤਾ ਸੀ। ਤੇ 27 ਦੇ ਬਟਾ ਕੀ ਲਾ ਦਾਂਗੇ ਆਪਾਂ ਇੱਥੇ 12। ਤੁਸੀਂ ਇਹਨੂੰ ਇਸ ਤਰੀਕੇ ਨਾਲ ਵੀ ਸੋਲਵ ਕਰ ਸਕਦੇ ਹੋ, ਇਸ ਤਰੀਕੇ ਨਾਲ ਵੀ ਸੋਲਵ ਕਰ ਸਕਦੇ ਹੋ। ਤੁਸੀਂ ਦੇਖੋ ਇੱਥੇ ਆਪਣੇ ਕੋਲ ਟਾਈਮ ਕੀ ਹੈ 9/4। ਇਹ ਟਾਈਮ ਵੱਖਰਾ ਨਹੀਂ ਆਇਆ ਕੋਈ 27/12। ਜਦੋਂ ਇਹਨੂੰ ਤੁਸੀਂ 3 ਦੇ ਟੇਬਲ ਤੇ ਕੈਂਸਲ ਕਰੋਗੇ 9 ਤੀਆ 27 ਤੇ 4 ਤੀਏ 12, ਇਹ ਫਿਰ ਕਿੰਨਾ ਬਣ ਜੂਗਾ 9/4 ਹੀ ਬਣ ਜੂ। ਮਤਲਬ ਦੋਹਾਂ ਨੂੰ ਕੈਂਸਲ ਕਰਕੇ ਆਨਸਰ ਸੇਮ ਜਾਊਗਾ। ਆਨਸਰ ਕੱਢ ਸਕਦੇ ਹੋ ਤੁਸੀਂ। 2 ਜ਼ੀਰੋਆਂ ਨਾਲ 2 ਜ਼ੀਰੋਆਂ ਕੈਂਸਲ, 4 ਨੂੰ 48 ਤੇ ਕੈਂਸਲ ਕੀਤਾ 12, ਇਹਨੂੰ ਇਹ ਤੇ ਕੈਂਸਲ ਕੀਤਾ ਕਿੰਨਾ ਆ ਗਿਆ 6 ਆ ਗਿਆ। 17 ਨਾ ਆ 153, ਉਹਨੂੰ 6 ਨਾਲ ਮਲਟੀਪਲਾਈ ਕਰ ਲਓ। 6 ਤੀਏ 18, 6 5 30 ਤੇ 1 31, ਕਿੰਨਾ ਆ ਗਿਆ ਆਪਣੇ ਕੋਲੇ 918। ਆਪਣਾ ਆਨਸਰ ਆ ਗਿਆ 918 ਰੁਪਏ। ਕੀ ਆ ਗਿਆ ਆਪਣਾ ਵਿਆਜ ਆ ਗਿਆ। ਹੁਣ ਦੇਖੋ ਜਿਹੜਾ ਮੈਂ ਤੁਹਾਨੂੰ ਪਿਛਲਾ ਕੁਐਸਚਨ ਦੱਸਿਆ ਸੀ, ਇਹਦੇ 'ਚ ਮੈਂ ਤੁਹਾਨੂੰ ਆਰ ਲਿਖਣ ਬਾਰੇ ਦੱਸਿਆ ਸੀਗਾ ਵੀ ਆਪਾਂ ਆਰ ਨੂੰ ਕਿਵੇਂ ਲਿਖ ਸਕਦੇ ਹਾਂ। ਠੀਕ ਹੈ, ਜਿਹੜਾ ਆਪਾਂ ਮੈਂ ਤੁਹਾਨੂੰ ਹੁਣ ਕੁਐਸਚਨ ਦੱਸਿਆ ਜੀ, ਮੈਂ ਤੁਹਾਨੂੰ ਦੱਸਿਆ ਵੀ ਟਾਈਮ ਨੂੰ ਆਪਾਂ ਕਿਵੇਂ ਲਿਖ ਸਕਦੇ ਹਾਂ। ਜੇ ਤਾਂ ਪੂਰਾ ਟਾਈਮ ਆ ਗਿਆ ਫਿਰ ਤਾਂ ਕੋਈ ਚੱਕਰ ਹੀ ਨਹੀਂ, 2 ਸਾਲ 3 ਸਾਲ। ਜੇ ਨਾਲ ਮੰਥ ਆ ਰਹੇ ਆ ਤਾਂ ਫਿਰ ਤੁਸੀਂ ਕਿਵੇਂ ਲਿਖਣਾ। ਠੀਕ ਹੈ, ਉਹਨੂੰ ਸਾਲ ਦੇ ਵਿੱਚ ਕਨਵਰਟ ਕਰਕੇ ਲਿਖਣਾ। ਅਗਲਾ ਕੁਐਸਚਨ ਦੇਖਦੇ ਹਾਂ ਜੀ। ਫਾਈਂਡ ਦਾ ਸਿੰਪਲ ਇੰਟਰਸਟ ਔਨ ₹6000। ਮੈਂ ਤੁਹਾਨੂੰ ਦੱਸਿਆ ਸੀ ਔਨ ਰੁਪੀਜ਼ ਆ ਜੇ, ਇਹਦਾ ਮਤਲਬ ਕੀ ਹੁੰਦਾ ਹੈ ਕਿ ਦਿੱਤਾ ਹੋਇਆ ਆਪਾਂ ਨੂੰ ਪ੍ਰਿੰਸੀਪਲ ਵੀ ਇਹਦੇ ਉੱਪਰ ਆਪਾਂ ਵਿਆਜ ਕੱਢਣਾ 6000 ਦੇ ਉੱਪਰ। ਠੀਕ ਹੈ, ਕਿੰਨਾ ਰੇਟ ਦਿੱਤਾ ਹੋਇਆ 6 ਸਹੀ 1/4। ਇਹਦੀ ਫ੍ਰੈਕਸ਼ਨ ਵੈਲਿਊ ਹੁੰਦੀ ਹੈ ਜੀ 1/16। ਕਿੰਨੀ ਹੁੰਦੀ ਆ 1/16। ਠੀਕ ਹੈ, ਹੁਣ ਇਹ ਤੁਸੀਂ ਵੈਸੇ ਤਾਂ ਯਾਦ ਕਰਨੀ ਚਾਹੀਦੀ ਆਪਾਂ ਨੂੰ। ਕੁਝ ਕੁ ਇੰਪੋਰਟੈਂਟ ਫ੍ਰੈਕਸ਼ਨ ਵੈਲਿਊਜ਼ ਹੁੰਦੀਆਂ ਨੇ, ਇੱਕ ਦਿਨ ਪਰਸੈਂਟੇਜ ਕਰਾਂਗੇ ਉਹਦੇ ਵਿੱਚ ਤੁਹਾਨੂੰ ਲਿਖਾ ਦਿੱਤੀਆਂ ਜਾਣਗੀਆਂ। ਜੇ ਨਹੀਂ ਤੁਹਾਨੂੰ ਇਹ ਯਾਦ ਤਾਂ ਤੁਸੀਂ ਬਣਾ ਸਕਦੇ ਹੋ 6 ਸਹੀ 1/4 ਦੀ ਫ੍ਰੈਕਸ਼ਨ ਵੈਲਿਊ। 6 ਚੌਂਕਾ 24 ਤੇ 1 25/4%। ਪਰਸੈਂਟ ਹਟਾਵਾਂਗੇ ਬਟੇ 'ਚ 100 ਲੱਗੂਗਾ, ਤੇ 25 ਚੌਂਕਾ 100 ਤੇ 1 ਬਟਾ ਕਿੰਨਾ ਬਣ ਗਿਆ 16। ਵੈਸੇ ਤੁਸੀਂ ਇਹਨੂੰ 25/4 ਵੀ ਰੱਖ ਹੀ ਸਕਦੇ ਹੋ ਫਾਰਮੂਲੇ ਵਿੱਚ, ਕੋਈ ਖਾਸ ਗੱਲ ਨਹੀਂ, ਆਨਸਰ ਆਈ ਜਾਊਗਾ। ਹੁਣ ਦੇਖੋ ਵੀ ਟਾਈਮ ਕਿੰਨਾ ਫॉर ਦਾ ਪੀਰੀਅਡ ਫਰੋਮ 4th Feb 2009 ਟੂ 18 ਅਪ੍ਰੈਲ 2000। ਜਿਹੜਾ ਟਾਈਮ ਆ ਨਾ ਉਹ ਆਪਾਂ ਨੂੰ ਬਣਾਉਣਾ ਪੈਣਾ। ਉਹਨਾਂ ਨੇ ਆਪਾਂ ਨੂੰ ਦੱਸਤਾ ਵੀ ਮੈਂ 4 ਫੈਬ ਨੂੰ ਪੈਸੇ ਲਏ ਤੇ 18 ਅਪ੍ਰੈਲ ਨੂੰ ਪੈਸੇ ਵਾਪਸ ਕੀਤੇ। ਠੀਕ ਹੈ ਜੀ, ਹੁਣ ਆਪਾਂ ਨੂੰ ਦਿਨ ਇਦਾਂ ਤਾਂ ਆਪਾਂ ਬਣਾ ਨਹੀਂ ਸਕਦੇ, ਆਪਾਂ ਨੂੰ ਦਿਨ ਗਿਣਨੇ ਪੈਣੇ ਵੀ ਕਿੰਨੇ ਮੰਥ ਕਿੰਨੇ ਕਿੰਨੇ ਦਿਨ ਕਿਹੜੇ ਕਿਹੜੇ ਮਹੀਨੇ ਦੇ ਸੀਗੇ। ਠੀਕ ਹੈ, ਪਹਿਲਾਂ ਆਪਾਂ ਫਾਰਮੂਲਾ ਦੇਖਦੇ ਹਾਂ। SI P × R × T ਬਟਾ ਕਿੰਨਾ ਹੁੰਦਾ 100। ਸਿੰਪਲ ਇੰਟਰਸਟ ਦਾ ਫਾਰਮੂਲਾ ਆਪਣੇ ਕੋਲੇ। ਪ੍ਰਿੰਸੀਪਲ ਕਿੰਨਾ 6000। ਆਰ ਕਿੰਨੀ ਆਪਾਂ ਹੁਣੇ ਕਨਵਰਟ ਕਰਕੇ ਹਟੇ ਆ। ਤੁਸੀਂ ਲਿਖ ਸਕਦੇ 1/16 ਫ੍ਰੈਕਸ਼ਨ ਦੇ ਵਿੱਚ। ਮੈਨੂੰ ਦੱਸਿਆ ਜਦੋਂ ਫ੍ਰੈਕਸ਼ਨ ਵੈਲਿਊ ਲਿਖੀ ਹੈ ਤਾਂ ਆਪਣੇ ਕੋਲ 100 ਨਹੀਂ ਆਊਗਾ। ਹੁਣ ਤੁਸੀਂ 100 ਨਹੀਂ ਲਿਖਣਾ। ਰਹਿ ਗਈ ਗੱਲ ਟਾਈਮ ਦੀ। ਹੁਣ ਦੇਖੋ ਪਹਿਲਾਂ ਆਪਾਂ ਟਾਈਮ ਬਣਾਉਂਦੇ ਹਾਂ। 4 Feb 2009 ਟੂ ਕਿੰਨਾ ਅਪ੍ਰੈਲ 18 2009, ਮਤਲਬ ਕਿ ਲਗਭਗ 2 ਮਹੀਨੇ ਬਣਦੇ ਆ, ਕੋਈ ਜ਼ਿਆਦਾ ਟਾਈਮ ਨਹੀਂ ਬਣਦਾ। ਦੇਖੋ ਪਹਿਲਾਂ ਤੇ ਦੇਖੋ ਵੀ ਆਪਣੇ ਕੋਲੇ ਫੈਬ ਦਾ ਮੰਥ ਆਇਆ। ਠੀਕ ਹੈ, ਫੈਬ ਦਾ ਮੰਥ ਇਹ ਸਾਲ ਲੀਪ ਦਾ ਜਾਂ ਨਹੀਂ ਲੀਪ ਦਾ। ਜਿੱਦਾਂ ਲੀਪ ਦਾ ਸਾਲ ਆ ਫਿਰ ਤਾਂ ਫੈਬ ਦੇ ਵਿੱਚ 29 ਦਿਨ ਗਿਣਾਂਗੇ, ਨਹੀਂ ਆਪਾਂ 28 ਗਿਣਾਂਗੇ। ਹੁਣ 2009 ਹੈ, ਲੀਪ ਦਾ ਸਾਲ ਹੈ ਨਹੀਂਗਾ। ਇਹਦਾ ਮਤਲਬ ਫੈਬ ਦੇ ਵਿੱਚ ਕਿੰਨੇ ਦਿਨ ਆਉਂਦੇ ਆ 28 ਦਿਨ ਆਉਂਦੇ। 4 ਤਰੀਕ ਨੂੰ ਪੈਸੇ ਦਿੱਤੇ ਆ, 4 ਤੋਂ ਪਹਿਲਾਂ ਕਿੰਨੇ ਦਿਨ ਆਉਂਦੇ ਆ 1 2 ਤੇ 3 ਤੇ ਡੇਟ ਆਉਂਦੀ ਆ 1 2 ਤੇ 3। ਜੇ ਆਪਾਂ 28 ਵਿੱਚੋਂ 3 ਮਾਈਨਸ ਕਰਦੇ ਆ ਮਤਲਬ ਕਿ ਫੈਬ ਦੇ ਮੰਥ ਦੇ ਆਪਾਂ 25 ਦਿਨ ਪੈਸੇ ਯੂਜ਼ ਕੀਤੇ ਆ। ਠੀਕ ਹੈ, ਮਾਰਚ ਦਾ ਮੰਥ ਆਊਗਾ ਫੈਬ ਤੋਂ ਬਾਅਦ, ਉਹਦੇ 'ਚ ਦਿਨ ਕਿੰਨੇ ਹੁੰਦੇ 31 ਡੇਜ਼ ਹੁੰਦੇ ਨੇ ਮਾਰਚ ਦੇ। ਉਸ ਤੋਂ ਬਾਅਦ ਕਿਹੜਾ ਆਊਗਾ ਅਪ੍ਰੈਲ ਦਾ। ਅਪ੍ਰੈਲ ਦੇ ਕਿੰਨੇ ਦਿਨ ਆ ਜੀ ਹੁਣ ਤੁਹਾਨੂੰ ਦਿਸ ਹੀ ਜਾਂਦਾ ਜੀ। ਅਪ੍ਰੈਲ ਦੇ 1 ਤੋਂ ਲੈ ਕੇ 18 ਤਰੀਕ ਤੱਕ ਆਪਾਂ ਪੈਸੇ ਵਰਤੇ ਆ, ਤਾਂ ਇਹਦੇ ਕਿੰਨੇ ਆ ਗਏ 18 ਦਿਨ ਆ ਗਏ। ਪਰ ਇੱਥੇ ਇੱਕ ਗੱਲ ਸਿੱਖਣ ਵਾਲੀ ਹੁੰਦੀ ਆ ਵੀ ਇਹਨਾਂ ਦੋਹੇ ਦਿਨ ਕਾਊਂਟ ਨਹੀਂ ਜੀ ਹੁੰਦੇ, ਇੱਕ ਦਿਨ ਹੀ ਗਿਣਿਆ ਜਾਂਦਾ। ਜਾਂ ਤਾਂ ਤੁਸੀਂ ਜਿਸ ਦਿਨ ਪੈਸੇ ਲਏ ਆ ਉਹ ਦਿਨ ਗਿਣ ਲਓ, ਜਾਂ ਜਿਸ ਦਿਨ ਤੁਸੀਂ ਪੈਸੇ ਵਾਪਸ ਕੀਤੇ ਆ ਉਹ ਦਿਨ ਗਿਣ ਲਓ। ਇੱਕ ਦਿਨ ਨੂੰ ਤੁਸੀਂ ਛੱਡਣਾ ਹੁੰਦਾ। ਠੀਕ ਹੈ, ਜੇ ਮੰਨ ਲਓ ਹੁਣ ਆਪਾਂ 4 ਫੈਬ ਨੂੰ ਵੀ ਗਿਣ ਲਿਆ, ਇੱਥੇ 18 ਅਪ੍ਰੈਲ ਨੂੰ ਵੀ ਗਿਣ ਲਿਆ, ਤੁਸੀਂ 4 ਫੈਬ ਨੂੰ ਛੱਡ ਸਕਦੇ ਹੋ। ਮਤਲਬ ਕਿ ਜੇ 28 ਦਿਨ ਸੀਗਾ ਤਾਂ 28 ਚੋਂ 4 ਵੀ ਤੁਸੀਂ ਬਾਹਰ ਕੱਢ ਸਕਦੇ ਹੋ, ਤਾਂ ਕਿੰਨਾ ਰਹਿ ਜਾਊਗਾ ਆਪਣੇ ਕੋਲ ਦਿਨ ਇੱਥੇ 24 ਰਹਿਣਗੇ। ਇਸ ਗੱਲ ਦਾ ਖਿਆਲ ਰੱਖਣਾ ਵੀ ਇੱਕ ਦਿਨ ਹੀ ਗਿਣਨਾ ਹੁੰਦਾ, ਜਾਂ ਪੈਸੇ ਲੈਣ ਵਾਲਾ ਜਾਂ ਪੈਸੇ ਦੇਣ ਵਾਲਾ, ਇੱਕ ਨੂੰ ਛੱਡਣਾ ਹੁੰਦਾ ਜੀ।
ठीक है जी। इन्हों ऐड कर लो, 8 ਤੇ 1 9, 9 4 13, एक गया हासिल 2 ਤੇ 3 ਕਿੰਨੇ ਹੋ ਗਏ 5 ਤੇ 2 ਕਿੰਨੇ ਹੋ ਗਏ 7, ਕਿੰਨੇ ਦਿਨ ਬਣਦੇ ਆਪਣੇ ਕੋਲੇ 73 ਦਿਨ ਬਣਦੇ ਆ। ਜੇ ਤੁਸੀਂ ਇਹ ਵਾਲਾ ਦਿਨ ਵੀ ਇੱਥੇ ਗਿਣੋਗੇ ਆ 4 ਫੈਬ ਨੂੰ ਗਿਣਦੇ ਹੋ ਵਿੱਚ, ਫਿਰ 74 ਦਿਨ ਬਣਨਗੇ, ਆਨਸਰ ਗਲਤ ਆਊਗਾ ਆਪਣਾ। ਕਿੰਨੇ ਬਣਨਗੇ ਦਿਨ 73 ਡੇਜ਼। ਆਪਾਂ ਟਾਈਮ ਕਿੰਨਾ ਲਿਖਤਾ ਇੱਥੇ 73। ਹੁਣ ਦੇਖੋ ਮੈਂ ਤੁਹਾਨੂੰ ਦੱਸਿਆ ਵੀ ਇੱਥੇ ਜਿਹੜਾ ਟਾਈਮ ਆਉਂਦਾ ਉਹ ਹਮੇਸ਼ਾ ਆਉਂਦਾ ਈਅਰ ਦੇ ਵਿੱਚ। ਜੇ ਮੰਥ ਆ ਤਾਂ ਮੰਥ ਨੂੰ ਵੀ ਈਅਰ 'ਚ ਕਨਵਰਟ ਕਰਨਾ ਕਿਵੇਂ, ਬਟਾ 12 ਕਰਕੇ। ਜੇ ਤੁਹਾਡੇ ਕੋਲ ਡੇਜ਼ ਦਿੱਤੇ ਹੋਏ ਆ ਨਾ ਤਾਂ ਡੇਜ਼ ਨੂੰ ਵੀ ਤੁਸੀਂ ਈਅਰ 'ਚ ਹੀ ਕਨਵਰਟ ਕਰਨਾ, ਕਿਵੇਂ ਕਰਨਾ, ਬਟਾ 365 ਕਰਕੇ, ਕਿਉਂਕਿ ਸਾਲ 'ਚ ਦਿਨ ਕਿੰਨੇ ਹੁੰਦੇ ਆ 365, ਤੇ ਇਹਦੇ ਬਟਾ ਕਿੰਨਾ ਆ ਜਾਊਗਾ 365। ਠੀਕ ਹੈ, 73 5 365 ਹੁੰਦੇ ਕਰਕੇ ਵੇਖ ਸਕਦੇ ਤੁਸੀਂ। 5 30 15 ਕੈਂਸਲ ਲੱਗਿਆ, 7 5 35 ਤੇ 1 36। ਠੀਕ ਹੈ, 5 ਨੂੰ ਹੁਣ ਤੁਸੀਂ 6000 ਤੇ ਕੈਂਸਲ ਕਰੋਗੇ ਤਾਂ ਕਿੰਨਾ ਆਊਗਾ 1200। 1200 ਨੂੰ ਆਪਾਂ ਕਿਤੇ ਕੈਂਸਲ ਕਰਨਾ ਜੀ 16 ਤੇ ਕਰ ਸਕਦੇ ਹੋ ਜੀ ਤੁਸੀਂ। 4 ਦੇ ਟੇਬਲ ਤੇ ਕੈਂਸਲ ਕਰ ਲਓ ਪਹਿਲਾਂ, ਇੱਧਰ ਕਿੰਨਾ ਆ ਜਾਊਗਾ ਆਪਣੇ ਕੋਲ 300। ਇਹਨੂੰ 4 ਦੇ ਟੇਬਲ ਤੇ ਕੈਂਸਲ ਕੀਤਾ ਕਿੰਨਾ ਆ ਗਿਆ ਆਪਣੇ ਕੋਲੇ 4, ਤੇ 4 ਨੂੰ 300 ਉੱਪਰ ਕੈਂਸਲ ਕੀਤਾ ਕਿੰਨਾ ਆ ਗਿਆ 75। ਮਤਲਬ ਆਪਣਾ SI ਕਿੰਨਾ ਬਣ ਜਾਊਗਾ 75। ਓਕੇ, ਅਗਲਾ ਕੁਐਸਚਨ ਦੇਖਦੇ ਹਾਂ। ਆ ਫਾਰਮਰ ਬੋਰਡ ਰੁਪਈਸ 3600 ਐਟ 15%। ਉਹ ਕਹਿੰਦੇ ਜੀ ਉਹਨੇ ਪ੍ਰਿੰਸੀਪਲ ਬੋਰੋ ਕੀਤੇ, ਉਧਾਰ ਲਏ 3600 ਰੁਪਇਆ। ਇੱਕ ਕਿਸਾਨ ਨੇ 3600 ਰੁਪਇਆ ਉਧਾਰ ਲਿਆ, ਆਰ ਕਿੰਨੀ ਹੈ ਜੀ 15% ਪਰ ਐਨਮ। ਠੀਕ ਹੈ, ਜੇ ਇੱਥੇ ਨਹੀਂ ਵੀ ਲਿਖਿਆ ਨਾ ਪਰ ਐਨਮ, ਤੁਸੀਂ ਤਾਂ ਵੀ ਸਮਝਣਾ ਵੀ ਇਹ ਪਰ ਐਨਮ ਹੀ ਆ। ਇਹ ਨਹੀਂ ਸਮਝਣਾ ਵੀ ਕਿਤੇ ਮਹੀਨੇ ਦਾ ਦਿੱਤਾ ਹੋਇਆ ਜਾਂ 2 ਸਾਲ ਦਾ ਦਿੱਤਾ ਹੋਇਆ। ਪਰਸੈਂਟੇਜ ਹਮੇਸ਼ਾ ਸਾਲ ਦੀ ਦਿੱਤੀ ਜਾਂਦੀ ਹੈ ਇਹਦੇ ਵਿੱਚ। ਠੀਕ ਹੈ, ਸਿੰਪਲ ਇੰਟਰਸਟ ਲਿਖਿਆ ਹੀ ਹੋਇਆ, ਸੌਰੀ ਪਰ ਐਨਮ ਅੱਗੇ ਲਿਖਿਆ ਹੀ ਹੋਇਆ। ਐਟ ਦਾ ਐਂਡ ਆਫ 4 ਈਅਰ, ਟਾਈਮ ਕਿੰਨਾ ਦਿੱਤਾ ਹੈ ਜੀ ਆਪਾਂ ਨੂੰ 4। ਠੀਕ ਹੈ, ਹੀ ਕਲੀਅਰਡ ਦਿਸ ਅਕਾਊਂਟ ਬਾਈ ਪੇਇੰਗ 4000। ਉਹ ਕਹਿੰਦੇ ਵੀ ਉਹਨੇ ਪੈਸੇ 4 ਸਾਲ ਬਾਅਦ ਵਾਪਸ ਮੋੜ ਤੇ ਕਿੰਨੇ ਰੁਪਏ ਮੋੜੇ 4000 ਰੁਪਏ ਵਾਪਸ ਮੋੜਿਆ। ਐਂਡ ਆ ਕਾਊ, ਇੱਕ ਕੀ ਦੇਤੀ ਉਹਨੇ ਨਾਲ ਗਾਂ ਦੇਤੀ ਜੀ, ਕਾਊ ਵਾਪਸ ਕਰਿਆ। ਤਾਂ ਉਹਨੇ ਪੁੱਛਿਆ ਦਾ ਕਾਸਟ ਆਫ ਦਾ ਕਾਊ। ਆਪਾਂ ਕੀ ਕਰਦੇ ਹਾਂ, ਆਪਾਂ ਪਹਿਲਾਂ ਵਿਆਜ ਕੱਢਦੇ ਹਾਂ 4 ਸਾਲ ਦਾ, ਉਹਨੂੰ ਪ੍ਰਿੰਸੀਪਲ ਦੇ ਵਿੱਚ ਐਡ ਕਰ ਲਾਂਗੇ। ਆਪਾਂ ਨੂੰ ਪਤਾ ਲੱਗ ਜੂਗਾ ਵੀ ਕਿਸਾਨ ਨੇ ਟੋਟਲ ਪੈਸੇ ਵਾਪਸ ਕਿੰਨੇ ਕਰਨੇ ਸੀ, ਉਹਦੇ ਵਿੱਚੋਂ 4000 ਮਾਈਨਸ ਕਰ ਦਾਂਗੇ, ਜਿੰਨੇ ਬਾਕੀ ਫਾਲਤੂ ਪੈਸੇ ਬਚਣਗੇ ਉਹਨੇ ਦੀ ਉਹ ਕਿਤੇ ਆਇਆ ਉਹਨੂੰ, ਇੱਕ ਕਾਊ ਦੇ ਆਇਆ ਗਾਂ ਦੇ ਆਇਆ, ਤੇ ਉਹੀ ਗਾਂ ਦਾ ਕੀ ਹੋਊਗਾ ਕਾਸਟ ਹੋਊਗੀ। ਠੀਕ ਆ, ਦੇਖੋ 3600 ਰੁਪਇਆ ਪ੍ਰਿੰਸੀਪਲ ਆਪਣੇ ਕੋਲ, SI ਕੱਢਣ ਦਾ ਕੀ ਫਾਰਮੂਲਾ ਹੁੰਦਾ P × R × T ਡਿਵਾਈਡ ਬਾਈ 100। 3600 ਰੁਪਇਆ ਉਧਾਰਾਂ ਲਿਆ, ਆਰ ਕਿੰਨੀ ਹੈ ਜੀ 15%, ਡਿਵਾਈਡ ਬਾਈ ਕਿੰਨਾ ਆਊਗਾ 100। ਵੈਸੇ 15% ਦੀ ਫਰੈਕਸ਼ਨ ਵੈਲਿਊ ਹੁੰਦੀ ਹੈ ਜੀ 3/20, ਤੁਸੀਂ ਉਹ ਵੀ ਲਿਖ ਸਕਦੇ ਹੋ 3/20। ਉਹ ਵੈਸੇ 15 ਤੇ 100 ਨੂੰ ਕੱਟ ਕੇ 3/20 ਬਣ ਜੂਗਾ, ਕੋਈ ਖਾਸ ਗੱਲ ਨਹੀਂ। ਤੇ ਟਾਈਮ ਕਿੰਨਾ ਜੀ ਆਪਣੇ ਕੋਲੇ 4, ਇਹਨੂੰ ਇਹਦੇ ਨਾਲ ਕੈਂਸਲ ਕਰਤਾ ਜੀ ਆਪਾਂ। ਠੀਕ ਹੈ ਜੀ, 15 ਚੌਂਕੀ ਕਿੰਨਾ ਹੁੰਦਾ ਜੀ 60, 36 × 60, 36 ਛੀਕਾਂ ਹੁੰਦੇ ਆ ਜੀ 216, ਤਾਂ ਆਪਣੇ ਕੋਲੇ ਵਿਆਜ ਕਿੰਨਾ ਬਣ ਜੂਗਾ 2160। ਮਤਲਬ ਕਿ ਜਿਹੜਾ ਉਹਨੇ 3600 ਰੁਪਇਆ ਵਿਆਜ ਲਿਆ, ਸੌਰੀ ਉਧਾਰਾ ਲਿਆ ਸੀਗਾ, ਉਹਦੇ ਉੱਪਰ 4 ਸਾਲਾਂ ਦਾ 15% ਦੇ ਹਿਸਾਬ ਨਾਲ 2160 ਰੁਪਏ ਵਿਆਜ ਬਣ ਰਿਹਾ। ਮਤਲਬ ਕਿ ਅਮਾਊਂਟ ਕਿੰਨੀ ਬਣੂਗੀ ਜਿਹੜੀ ਵਾਪਸ, ਜਿੱਥੇ ਅਮਾਊਂਟ ਸ਼ਬਦ ਆ ਜੇ ਨਾ, ਅਮਾਊਂਟ ਦਾ ਮਤਲਬ ਕੀ ਹੁੰਦਾ ਕਿ ਪ੍ਰਿੰਸੀਪਲ ਪਲੱਸ ਇੰਟਰਸਟ। ਇੰਟਰਸਟ ਕੋਈ ਵੀ ਹੋ ਸਕਦਾ, ਸਿੰਪਲ ਵੀ ਹੋ ਸਕਦਾ, ਕੰਪਾਊਂਡ ਵੀ ਹੋ ਸਕਦਾ। ਜੇ ਕੰਪਾਊਂਡ ਕਰ ਰਹੇ ਹਾਂ ਤਾਂ ਕੰਪਾਊਂਡ ਦੀ ਗੱਲ ਹੋ ਰਹੀ ਹੈ, ਜੇ ਸਿੰਪਲ ਕਰ ਰਹੇ ਹਾਂ ਤਾਂ ਸਿੰਪਲ ਦੀ ਗੱਲ ਹੋ ਰਹੀ ਹੈ। ਠੀਕ ਹੈ ਜੀ, ਪ੍ਰਿੰਸੀਪਲ ਕਿੰਨਾ ਸੀ ਆਪਣੇ ਕੋਲੇ 3600 ਰੁਪਇਆ, ਤੇ ਵਿਆਜ ਕਿੰਨਾ ਬਣਿਆ ਜੀ ਆਪਣਾ, ਇੰਟਰਸਟ ਕਿੰਨਾ ਬਣਿਆ 2160। ਇਹਦਾ ਮਤਲਬ ਉਹਨੇ ਟੋਟਲ ਰੁਪਈਏ ਜਿਹੜੀ ਆਪਣੀ ਅਮਾਊਂਟ ਬਣਦੀ ਹੈ ਉਹ ਕਿੰਨੀ ਬਣਦੀ ਹੈ 5760। ਕਿ ਕਿਸਾਨ ਨੇ ਜਿੱਥੋਂ ਪੈਸੇ ਧਾਰੇ ਲਏ ਆ ਉਹਨੂੰ 5760 ਰੁਪਏ ਵਾਪਸ ਕਰਨੇ ਆ। ਠੀਕ ਹੈ ਜੀ, ਤੇ ਉਹਨੇ ਵਾਪਸ ਕਰ ਕਿੰਨੇ ਦਿੱਤੇ ਆਪਾਂ ਨੂੰ ਪਤਾ 4000। ਜੇ ਉਹਨੇ 4000 ਰੁਪਇਆ ਵਾਪਸ ਕਰਤਾ ਤਾਂ ਇਹਦਾ ਮਤਲਬ ਕਿੰਨੇ ਰੁਪਏ ਨਹੀਂ ਵਾਪਸ ਕੀਤੇ ਉਹਨੇ 1760। ਉਹਦੇ ਬਦਲੇ ਉਹ ਕੀ ਦੇ ਆਇਆ, ਇੱਕ ਉਹਨੂੰ ਗਾਂ ਦੇ ਆਇਆ, ਤੇ ਉਸੇ ਗਾਂ ਦਾ ਤਾਂ ਉਹਨਾਂ ਨੇ ਆਪਾਂ ਨੂੰ ਰੇਟ ਪੁੱਛਿਆ ਸੀ ਵੀ ਗਾਂ ਕਿੰਨੇ ਚ ਪੈ ਗਈ, ਤਾਂ 1760 ਰੁਪਏ ਕਿਆ ਗਿਆ ਆਪਣੇ ਕੋਲ ਆਨਸਰ ਆ ਗਿਆ। ਠੀਕ ਹੈ, ਅਗਲਾ ਸਮ ਦੇਖਦੇ ਹਾਂ ਫਿਫਥ। ਐਟ ਵਿਚ ਸਮ, ਇਹ ਸਾਰੇ ਦੇ ਸਾਰੇ ਸਮ RS ਅਗਰਵਾਲ ਦੇ ਆ ਜੀ, ਤੇ ਪੰਜਾਬ ਦੇ ਐਗਜ਼ਾਮ ਦੇ ਵਿੱਚ ਜ਼ਿਆਦਾਤਰ RS ਅਗਰਵਾਲ ਚੋਂ ਹੀ ਕੁਐਸਚਨ ਆਉਂਦੇ। ਜੇ ਅਗਲੀਆਂ ਕੋਈ ਵੀਡੀਓਸ ਆਉਣਗੀਆਂ SI ਦੀਆਂ ਤਾਂ ਉਹ ਵੀ RS ਅਗਰਵਾਲ ਦੇ ਸਮ ਕਰਵਾਏ ਜਾਣਗੇ। ਕੁਝ ਇੰਪੋਰਟੈਂਟ ਸਮ ਹੋਣਗੇ ਜਿਹੜੇ 2021 ਵਿੱਚ ਐਗਜ਼ਾਮ ਦੇ ਵਿੱਚ ਆਏ ਆ, ਉਹ ਵੀ ਨਾਲ ਕਰਵਾਏ ਜਾਣਗੇ। ਠੀਕ ਹੈ, ਐਟ ਵਿਚ ਸਮ ਦਾ ਸਿੰਪਲ ਇੰਟਰਸਟ ਐਟ ਰੇਟ ਆਫ 3/4% ਪਰ ਐਨਮ ਵਿਲ ਬੀ 210 ਇਨ 2/1/3 ਸਾਲ। ਦੇਖੋ ਉਹ ਕਹਿੰਦੇ ਐਟ ਵਿਚ ਸਮ, ਵਿੱਚ ਸਮ ਦਾ ਕੀ ਮਤਲਬ ਹੈ ਵੀ ਆਪਾਂ ਨੂੰ ਉਹਨਾਂ ਨੇ ਪ੍ਰਿੰਸੀਪਲ ਪੁੱਛਿਆ ਵੀ ਕਿਹੜਾ ਕਿੰਨਾ ਸਮ ਆ ਜਿਹਦੇ ਉੱਤੇ ਆਪਾਂ ਵਿਆਜ ਕਿੰਨਾ ਲਾਇਆ ਸੀ 3 ਸੀ 3/4,
ਤੇ ਵਿਲ ਵੀ ਉਹਦਾ ਸਿੰਪਲ ਇੰਟਰਸਟ ਕਿੰਨਾ ਬਣਿਆ 210 ਰੁਪਏ ਕਿੰਨੇ ਟਾਈਮ 'ਚ 201/3 ਸਾਲ ਦੇ ਵਿੱਚ। ਇੱਥੇ ਆਪਾਂ ਕੀ ਫਾਈਂਡ ਕਰਨਾ ਪ੍ਰਿੰਸੀਪਲ। ਦੇਖੋ ਜੋ ਆਪਣੇ ਕੋਲ ਇਹ ਫਾਰਮੂਲਾ ਹੁੰਦਾ SI ਦਾ, ਇਹਦੇ ਤੋਂ ਹੀ ਆਪਾਂ ਪ੍ਰਿੰਸੀਪਲ ਦਾ ਫਾਰਮੂਲਾ ਬਣਾ ਸਕਦੇ ਹਾਂ। ਕਿਵੇਂ 100 ਦੂਸਰੀ ਸਾਈਡ ਜਾ ਕੇ ਕੀ ਹੋ ਜਾਊਗਾ ਮਲਟੀਪਲਾਈ ਹੋ ਜਾਊਗਾ, R ਤੇ T ਇੱਧਰਲੀ ਸਾਈਡ ਆ ਕੇ ਕੀ ਹੋ ਜਾਣਗੇ ਡਿਵਾਈਡ। ਤੇ ਇਹ ਕਾਹਦਾ ਫਾਰਮੂਲਾ ਬਣ ਗਿਆ ਆਪਣੇ ਕੋਲੇ ਪ੍ਰਿੰਸੀਪਲ ਦੇ। ਗੱਲ ਦਾ ਖਿਆਲ ਰੱਖਣਾ ਵੀ ਹੁਣ ਇਹ ਪ੍ਰਿੰਸੀਪਲ ਦਾ ਫਾਰਮੂਲਾ ਡਾਇਰੈਕਟ ਵੀ ਲਾ ਸਕਦੇ ਹੋ, ਇਹਦੇ ਵਿੱਚ ਵੀ ਪੁੱਟ ਕਰ ਸਕਦੇ ਹੋ, ਅੰਤਰ ਤਾਂ ਵੀ ਆ ਜਾਣਾ ਸੀ। ਹੁਣ ਦੇਖੋ SI ਕਿੰਨਾ ਜੀ ਆਪਣੇ ਕੋਲੇ 210 ਗੁਣਾ 100। R ਕਿੰਨੀ ਆ ਤੁਹਾਡੇ ਸਾਹਮਣੇ ਲਿਖੀ ਹੋਈ ਹੈ 3 ਸਹੀ 3/4। ਇਹਨੂੰ ਸੋਲਵ ਕਰੋ 4 ਤੀਏ 12, 12 ਤੇ 3 ਕਿੰਨਾ ਹੁੰਦਾ ਜੀ 15/4। R ਆ ਗਈ ਜੀ ਇੱਥੇ 15/4। ਟਾਈਮ ਕਿੰਨਾ ਜੀ ਇਹ ਰਿਹਾ 2 ਸਹੀ 2/3, ਸੌਰੀ 2 ਸਹੀ 1/3। 3 ਦੂਣੀ 6 ਤੇ 1 7/3। ਇੱਥੇ ਕਿੰਨਾ ਲਿਖ ਦਾਂਗੇ ਆਪਾਂ 7/3। ਦੇਖੋ ਇਹ ਸਾਲ ਚ ਆ ਨਾ, ਈਅਰ ਆ ਤਾਂ ਈਅਰ ਚ ਹੀ ਰਹਿਣ ਦੋ ਆਪਾਂ, ਇਹਦੇ ਬਟਾ 12 ਨਹੀਂ ਲਾਉਣਾ, ਕੁਛ ਨਹੀਂ ਲਾਉਣਾ, 365 ਨਹੀਂ ਲਾਉਣਾ। ਠੀਕ ਹੈ ਹੁਣ ਦੇਖੋ 200 ਤੇ ਦਿਸਦਾ ਹੀ ਨਹੀਂ, 210 ਗੁਣਾ 100। ਖਿਆਲ ਰੱਖਣਾ ਜਦੋਂ ਬਟੇ ਦੇ ਵੀ ਬਟੇ 'ਚ ਵੈਲਿਊ ਪਈ ਹੋਵੇ ਨਾ ਤਾਂ ਇਹ ਉੱਪਰ ਚਲੇ ਜਾਂਦੇ, ਇਹ ਦੋਹੇ ਦੇ ਦੋਹੇ ਉੱਪਰ ਚਲੇ ਜਾਣਗੇ। 15 ਗੁਣਾ 7 ਸੀ, ਉੱਪਰ ਜਾ ਕੇ ਮਲਟੀਪਲਾਈ ਹੋ ਜਾਣਗੇ 4 ਗੁਣਾ 4। ਠੀਕ ਹੈ ਇਹਨਾਂ ਨੂੰ ਕੈਂਸਲ ਕਰ ਦਿਓ। ਠੀਕ ਹੈ 7 ਤੀਆ 21 30 ਆ ਗਿਆ, 15 ਦੂਣਾ 30, 4 ਚੌਂਕ 16, 16 ਦੂਣਾ 32 ਤੇ ਨਾਲ ਕੀ ਆ ਗਈਆਂ 2 ਜ਼ੀਰੋ 100 ਨਾਲ ਗੁਣਾ ਕਰਕੇ। ਇਹਦਾ ਮਤਲਬ ਆਪਣੇ ਕੋਲ ਪ੍ਰਿੰਸੀਪਲ ਕਿੰਨਾ ਸੀਗਾ 3200 ਰੁਪਇਆ ਸੀਗਾ। ਠੀਕ ਹੈ 3200। ਓਕੇ ਹਾਊ ਮਚ time will it take for an amount of 450 to yield rupees 81 as interest at 4.5% per annum of simple interest। ਉਹ ਕਹਿੰਦੇ ਟਾਈਮ ਹਾਊ ਮਚ ਟਾਈਮ, ਆਪਾਂ ਕੀ ਦੱਸਣਾ ਟਾਈਮ ਦੱਸਣਾ। ਉਹ ਕਹਿੰਦੇ 450 ਰੁਪਏ ਪ੍ਰਿੰਸੀਪਲ ਸੀ, 81 ਰੁਪਏ ਵਿਆਜ ਬਣ ਗਿਆ, 4.5% ਆਪਣੇ ਕੋਲ ਆ ਦਿੱਤੀ ਹੋਈ ਹੈ। ਟਾਈਮ ਆਪਾਂ ਫਾਈਂਡ ਕਰਨਾ ਪ੍ਰਿੰਸੀਪਲ ਕਿੰਨਾ 450, ਇੰਟਰਸਟ ਕਿੰਨਾ ਜੀ ਆਪਣੇ ਕੋਲੇ 81 ਤੇ ਆਰ ਕਿੰਨੀ ਦਿੱਤੀ ਆ 4.5। ਟਾਈਮ ਦਾ ਕੀ ਫਾਰਮੂਲਾ ਹੁੰਦਾ ਜੀ ਸੇਮ ਹੀ ਆ SI ਗੁਣਾ 100 ਡਿਵਾਈਡ ਬਾਈ ਕੀ ਆਊਗਾ P ਇੰਟੂ R। ਜਿਹੜੀ ਚੀਜ਼ ਤੁਸੀਂ ਫਾਈਂਡ ਕਰਨੀ ਆ ਉਹ ਇੱਧਰਲੀ ਸਾਈਡ ਰੱਖੋ, ਬਾਕੀ ਦੋਵੇਂ ਚੀਜ਼ਾਂ ਬਚਦੀਆਂ ਬਟੇ 'ਚ ਆ ਜਾਣਗੀਆਂ। SI ਕਿੰਨਾ 81 ਇੰਟੂ 100, P ਕਿੰਨਾ ਜੀ ਆਪਣੇ ਕੋਲੇ 450 ਤੇ R ਕਿੰਨੀ ਹੈ ਜੀ ਆਪਣੇ ਕੋਲੇ 4.5। ਇਹ ਪੁਆਇੰਟ ਹਟਾਵਾਂਗੇ ਤਾਂ ਉੱਪਰ ਜਾ ਕੇ ਕੀ ਲੱਗ ਜੂਗਾ 10 ਲੱਗ ਜੂਗਾ, ਕਿ 0 ਲੱਗ ਜੂਗੀ ਤੇ ਇੱਥੋਂ ਪੁਆਇੰਟ ਹਟ ਜੂਗਾ। ਠੀਕ ਹੈ ਇੱਥੋਂ ਪੁਆਇੰਟ ਹਟ ਜੂਗਾ। ਓਕੇ ਹੁਣ ਦੇਖੋ ਕੈਂਸਲ ਕਰੋ, 0 ਨਾਲ 0 ਕੈਂਸਲ। ਓਕੇ ਇਹ 45 ਤੇ 81 9 ਦੇ ਟੇਬਲ ਤੇ ਜਾਂਦੇ, ਨਾਮ 81 9 5 45। ਇਸ 5 ਨੂੰ 10 ਤੇ ਕੈਂਸਲ ਕੀਤਾ 2, ਇਹ 9 ਨੂੰ ਫਿਰ 45 ਤੇ ਕੈਂਸਲ ਕਰ ਸਕਦੇ ਹੋ ਤੁਸੀਂ 5 ਤੇ, ਇਹਨੂੰ ਇਹ ਤੇ ਕੈਂਸਲ ਕੀਤਾ ਕਿੰਨਾ ਆ ਗਿਆ 2 ਦੂਣੀ 4 ਤੇ ਕੀ ਬਚਿਆ 4 ਤੇ 4 ਕੀ ਆਪਣੇ ਕੋਲੇ ਸਾਲ। ਇਹ ਸਾਲ ਹੀ ਆਉਣਗੇ ਜੀ, ਗੱਲ ਦਾ ਖਿਆਲ ਰੱਖਣਾ ਕਿਉਂਕਿ ਆਪਾਂ ਆਰਕਾ ਚਲਾ ਰਹੇ ਹਾਂ ਪਰ ਐਨਮ ਚਲਾ ਰਹੇ ਹਾਂ ਤੇ ਸਾਲਾਂ 'ਚ ਟਾਈਮ ਆਊਗਾ।